ਕਿਸਾਨ ਵੀਰੋ ਤੇ ਭੈਣੋ, ਜੈ ਹਿੰਦ। ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ। ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ 'ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹੀਦਾ। ਤੇ ਅੱਜ ਜਿਹੜੇ ਮਾਹਰ ਸਾਡੇ ਕੋਲ ਪਹੁੰਚੇ ਨੇ, ਚੌਹਾਨ ਸਾਹਿਬ ਉਹਨਾਂ ਨੂੰ ਲੈ ਕੇ ਆਏ ਆ ਨਾਲ। ਪਹਿਲਾਂ ਤਾਂ ਇਹਨਾਂ ਨੂੰ ਕਹੀਏ ਜੀ ਆਇਆਂ। ਜੈ ਹਿੰਦ ਜੀ ਡਾਕਟਰ ਸਾਹਿਬ। ਜੈ ਹਿੰਦ ਜੀ। ਜੈ ਹਿੰਦ ਜੀ ਚੌਹਾਨ ਸਾਹਿਬ। ਜੈ ਹਿੰਦ ਜੀ, ਜੈ ਹਿੰਦ ਜੀ ਤੇਜਪਾਲ ਜੀ। ਹੋਰ ਸੁਣਾਓ ਕੀ ਹਾਲ ਹੈ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਆਪਣਾ। ਐਨ ਵਧੀਆ ਵਧੀਆ। ਡਾਕਟਰ ਸਾਹਿਬ ਫੇ ਨਾਲ ਲਿਆਂਦੇ ਹੈ। ਜਾਣਦੇ ਹੋ ਤੁਸੀਂ? ਆਹ ਚੰਗੀ ਤਰ੍ਹਾਂ ਜਾਣਦਾ ਉਦਾਂ ਤਾਂ, ਪਰ ਦੇਖੋ ਗੱਲ ਸੁਣੋ, ਹਾਂ ਆਪਾਂ ਤਾਂ ਬਹੁਤ ਵਾਰੀ ਮਿਲੇ ਆ। ਹਾਂ, ਕਿਸਾਨ ਵੀਰ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ, ਪਰ ਆਪਾਂ ਫੇਰ ਵੀ ਤੁਸੀਂ ਇੱਕ ਵਾਰੀ ਫੇਰ ਜ਼ਰੂਰ ਦੱਸ ਹਨਾ? ਦਿਓ। ਠੀਕ ਹੈ ਦੱਸ। ਇਹਨੇ ਕਿਸਾਨ ਵੀਰੋ ਡਾਕਟਰ ਦਲਜੀਤ ਸਿੰਘ ਜੀ, ਦਲਜੀਤ ਸਿੰਘ ਗਿੱਲ ਜੀ, ਜਿਹੜੇ ਸਹਾਇਕ ਡਾਇਰੈਕਟਰ ਨੇ ਬਾਗਬਾਨੀ ਦੇ ਅਤੇ ਨੋਡਲ ਅਫਸਰ ਨੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਦੇ ਪੰਜਾਬ ਦੇ ਵਿੱਚ। ਸੋ ਇਹ ਮੋਹਾਲੀ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ। ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਆ ਅੱਜ। ਅੱਛਾ, ਨਾਲੇ ਚੌਹਾਨ ਸਾਹਿਬ ਮੈਨੂੰ ਇੱਕ ਗੱਲ ਹੋਰ ਵੀ ਪਤਾ ਜੀ, ਇਹ ਵੀ ਦੱਸੋ ਨਾ ਵੀ ਨੋਡਲ ਅਫਸਰ ਵੀ ਹੈਗੇ ਇਹੋ? ਦੱਸਦਾ ਸਰ, ਮੈਂ ਨੋਡਲ ਅਫਸਰ ਵੀ ਨੇ। ਨੋਡਲ ਅਫਸਰ ਆ ਇਹ ਨਾ ਸਬਜ਼ੀਆਂ ਦੀ ਜਿਹੜੀ ਆਪਾਂ ਪ੍ਰੋਟੈਕਟਡ ਕਲਟੀਵੇਸ਼ਨ ਕਰਦੇ ਆ ਜਾਂ ਪੋਲੀ ਹਾਊਸ ਚ ਕਰਦੇ ਆ, ਸਬਜ਼ੀਆਂ ਦੀ ਢੱਕਵੀਂ ਖੇਤੀ ਕਰਦੇ ਆ, ਸੁਰੱਖਿਅਤ ਖੇਤੀ ਕਰਦੇ ਆ ਨਾ, ਉਹਦੀ ਨੋਡਲ ਅਫਸਰ ਨੇ। ਅੱਛਾ, ਨੋਡਲ ਅਫਸਰ ਦੀ ਇੱਕ ਬੜੀ ਖਾਸ ਗੱਲ ਹੁੰਦੀ ਆ। ਅੱਛਾ, ਇਹ ਵੱਡੇ ਡਾਕਟਰ ਹੁੰਦੇ ਆ। ਉਸ ਵਿਸ਼ੇ ਦੇ ਵਿੱਚ ਜਿਹੜੀ ਗੱਲ ਤੁਹਾਨੂੰ ਕਿਤੋਂ ਨਾ ਪਤਾ ਲੱਗੇ ਨਾ, ਉਹ ਜਾ ਕੇ ਇਹਨਾਂ ਨੂੰ ਪੁੱਛ ਲਓ। ਇਹਨਾਂ ਨੂੰ ਪੁੱਛ ਲਓ। ਜੀ ਆਇਆਂ ਨੂੰ ਡਾਕਟਰ ਜੀ ਆਇਆਂ ਨੂੰ ਸਾਹਿਬ, ਜੀ। ਜਾਣਕਾਰੀ ਲਵਾਂਗੇ ਤੁਹਾਡੇ ਤੋਂ ਪੂਰੀ। ਅੱਛਾ, ਹੋਰ ਤੁਸੀਂ ਸੁਣਾਓ ਕਿਵੇਂ ਹੋ? ਬਹੁਤ ਵਧੀਆ ਜੀ। ਅੱਛਾ। ਮੈਂ ਵਧੀਆ, ਪਰ ਤੁਸੀਂ ਦੱਸੋ ਆ ਗੀਜਾ ਗੋਲੀਆਂ ਨਾਲ ਬੜਾ ਭਰਿਆ। ਗੱਲ ਸੁਣੋ, ਹਾਂ, ਹੁਣ ਜੇ ਆਪਾਂ ਕਹੀਏ ਵੀ ਰੱਬ ਹੀ ਭੁੱਲ ਭੁਲੇਖਿਆਂ 'ਚ ਪਿਆ ਹੋਇਆ ਤਾਂ ਕੀ ਕਰੀਏ? ਅੱਛਾ ਹੈ, ਉਹਨੂੰ ਇਹੀ ਚੇਤਾ ਭੁੱਲ ਗਿਆ ਭਾਈ ਇਹ ਮਈ ਦਾ ਮਹੀਨਾ, ਉਹ ਮੈਨੂੰ ਲੱਗਦਾ ਨਵੰਬਰ ਸਮਝੀ ਬੈਠਾ। ਕਿਉਂ ਡਾਕਟਰ ਸਾਹਿਬ? ਮੌਸਮ ਦੇ ਵਿੱਚ ਬਦਲਾਅ ਅੱਜ ਕੱਲ ਪਤਾ ਹੀ ਨਹੀਂ ਲੱਗ ਰਿਹਾ, ਹਨਾ? ਸੋ ਕਿਸਾਨ ਵੀਰ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਮੈਂ ਹੁਣ ਕੀ ਕਰਾਂ। ਬਿਲਕੁਲ, ਹੈਨਾ? ਹਾਂ। ਅਜੇ ਕਣਕ ਖੜੀ ਸੀ, ਅਜੇ ਪੂਰੀ ਤੂੜੀ ਵੀ ਨਹੀਂ ਬਣੀ, ਤੇ ਦੂਜੇ ਤੀਜੇ ਦਿਨ ਮੀਂਹ ਪਈ ਜਾਂਦਾ। ਸੋ ਅਸਲ ਦੇ ਵਿੱਚ ਨਾ ਜਿਹੜਾ ਮੌਸਮ ਬਦਲਾਅ ਆ, ਇਹਦੇ ਵਿੱਚ ਤੱਤਾ ਠੰਡਾ ਹੋ ਰਿਹਾ ਕੰਮ। ਹਾਂਜੀ। ਆਪਾਂ ਜਿਹੜੇ ਕੱਪੜੇ ਆ ਉਹ ਇਸ ਹਿਸਾਬ ਨਾਲ ਪਾਉਣ ਲੱਗ ਪਏ ਵੀ ਭਾਈ ਹੁਣ ਤਾਂ ਗਰਮੀ ਆ ਗਈ, ਪੱਖੇ ਵੀ ਚੱਲ ਪਏ ਹੈ। ਤੇ ਉੱਤੋਂ ਰੱਬ ਕਹਿੰਦਾ ਤੁਸੀਂ ਠਹਿਰੋ ਜਰਾ, ਤੁਹਾਡਾ ਮੈਂ ਕਰਦਾ ਹਿਸਾਬ ਕਿਤਾਬ ਹੈ, ਤੁਹਾਨੂੰ ਹਲੇ ਮੈਂ ਠੰਡੀਆਂ ਹਵਾਵਾਂ ਹੋਰ ਦੇਣੀਆਂ। ਤੇ ਉਹਨੇ ਠੰਡੀ ਹਵਾ ਛੱਡ ਦਿੱਤੀ ਆ, ਉਹਦੇ ਕਰਕੇ ਆ ਜਿਹੜਾ ਮੌਸਮ ਬਦਲਾਅ ਨੇ ਗਲ ਵੀ ਖਰਾਬ ਕਰਤੇ। ਮਾੜੇ ਮੋਟੇ ਹੋਰ ਜਿਹੜੇ ਇਹਦੇ ਨਾਲ ਅਲਾਮਤਾਂ ਆਉਂਦੀਆਂ ਉਹ ਵੀ ਆ ਗਈਆਂ। ਬਿਲਕੁਲ ਐਂ ਲੱਗਦਾ ਤੇਜਪਾਲ ਜੀ, ਸਾਨੂੰ ਲੱਗਦਾ ਸੀ ਗਰਮੀ ਆ ਗਈ ਜੀ, ਅਸੀਂ ਉਸੇ ਹਿਸਾਬ ਨਾਲ ਹੀ ਸ਼ੁਰੂ ਕਰ ਲਿਆ ਕੰਮ, ਪਰ ਇਹ ਨਹੀਂ ਸੀ ਪਤਾ ਦੁਬਾਰਾ ਫੇਰ ਠੰਡ ਆ ਜਾਣੀ ਆ। ਸੋ ਸਾਰੇ ਘਰਾਂ ਦੇ ਵਿੱਚ ਹੀ ਤਕਰੀਬਨ ਖੰਘ, ਜ਼ੁਕਾਮ, ਬੁਖਾਰ, ਬੱਚੇ ਬੁੱਢੇ ਸਾਰੇ ਝਗੜੇ ਪਏ ਆ। ਹਾਂ, ਦੇਖੋ ਇਹ ਚੀਜ਼ ਦਾ ਥੋੜਾ ਖਿਆਲ ਰੱਖਣਾ ਚਾਹੀਦਾ ਸਾਨੂੰ, ਹਨਾ? ਇੱਕਦਮ ਹੀ ਉੱਪਰ ਥੱਲੇ ਹੋ ਰਿਹਾ। ਹਾਂਜੀ। ਤੇ ਦੂਜੀ ਇਹ ਆ ਵੀ ਆਪਾਂ ਹੈਗੇ ਖੇਤੀਬਾੜੀ ਵਾਲੇ ਬੰਦੇ। ਹੈ ਉੱਤੋਂ ਤੇ ਆ ਜਿਹੜੇ ਦਿਨ ਹੈਗੇ ਸਾਡੇ ਕੰਮਕਾਰ ਵਾਲੇ ਦਿਨ ਆ। ਬਿਲਕੁਲ ਜੀ, ਬਿਲਕੁਲ। ਉੱਤੋਂ ਅਸੀਂ ਬਿਮਾਰ ਹੋ ਕੇ ਪੈ ਜਾਾਂਗੇ। ਹਾਂ, ਸੋ ਇਸ ਕਰਕੇ ਜਿਹੜਾ ਮੌਸਮ ਬਦਲਾਇਆ, ਇਹਦੇ ਵੱਲ ਸਾਨੂੰ ਆਮ ਬੰਦੇ ਨਾਲੋਂ ਵੀ ਵੱਧ ਧਿਆਨ ਦੇਣ ਦੀ ਲੋੜ ਹੈਗੀ ਆ। ਜੀ, ਬਿਲਕੁਲ। ਸੋ ਜੇ ਇਹ ਮੌਸਮ ਬਦਲਾ ਆ ਰਿਹਾ ਆ, ਤੇ ਜਿੱਦਾਂ ਹੁਣ ਕਣਕ ਸਾਂਭੀ ਆ, ਹਨਾ, ਹਾਲੇ ਵੀ ਆਪਣੇ ਕਈ ਕਿਸਾਨ ਵੀਰ ਮੰਡੀਆਂ 'ਚ ਬੈਠੇ ਆ। ਸੋ ਭਾਈ ਤੁਸੀਂ ਥੋੜਾ ਜਿਹਾ ਜ਼ਿਆਦਾ ਖਿਆਲ ਰੱਖੋ, ਔਰ ਕਣਕ ਦੀ ਜਿਹੜੀ ਆਪਣੇ ਨਾਲ ਤਰਪੂਲ ਲੈ ਕੇ ਚੱਲੋ। ਇਹਦਾ ਕੋਈ ਪਤਾ ਨਹੀਂ ਕਿੱਧਰੋਂ ਬਦਲੀ ਜੀ ਆਉਂਦੀ ਆ ਜਾਣੀ ਆ। ਉਹ ਵਰਦੀ ਭਾਵੇਂ 15 ਮਿੰਟ ਹੀ ਹੋਵੇ, ਪਰ ਉਹਦੇ ਨਾਲ ਨੁਕਸਾਨ ਸਾਡਾ ਬਹੁਤ ਹੋ ਜਾਂਦਾ। ਇੱਕ ਹੋਰ ਤੇਜਪਾਲ ਜੀ ਗੱਲ ਇਹ ਆ ਵੀ ਦੇਖੋ, ਆਪਾਂ ਪਤਲੇ ਕੱਪੜੇ ਪਾਉਣੇ ਸ਼ੁਰੂ ਕਰਤੇ, ਕਿਉਂਕਿ ਜਿਵੇਂ ਹੁਣ ਅੱਜ ਕੱਲ ਠੰਡ ਜੀ ਹੋ ਜਾਂਦੀ ਸਵੇਰੇ ਤੇ ਬੰਦੇ ਨੂੰ ਥੋੜਾ ਇਹਤਿਆਤ ਵੀ ਵਰਤਣਾ ਪਊਗਾ, ਹਨਾ? ਬਿਲਕੁਲ। ਕੋਈ ਤਲੀਆਂ ਹੋਈਆਂ ਚੀਜ਼ਾਂ, ਕੋਈ ਉਹਨਾਂ ਤੋਂ ਪਰਹੇਜ਼ ਕਰੀਏ, ਕਿਉਂਕਿ ਪਤਾ ਹੀ ਆ ਜਦੋਂ ਆ ਫੁਹਾਰਾ ਜਿਹਾ ਚੱਲ ਰਿਹਾ ਅੱਜ ਕੱਲ ਬੁਖਾਰ ਦਾ, ਖੰਘ ਜ਼ੁਕਾਮ ਦਾ, ਉਹ ਥੋੜਾ ਜਿਹਾ ਇਹਤਿਆਤ ਵਰਤੀਏ, ਹਨਾ? ਤੇ ਉਤੋਂ ਇਸ ਤੋਂ ਬਾਅਦ ਫਿਰ ਆਪਣਾ ਦੂਜਾ ਕੰਮ ਸ਼ੁਰੂ ਹੋ ਜਾਂਦਾ, ਸੌਣੀ ਵਾਲਾ ਹਨਾ? ਸੋ ਇਸ ਕਰਕੇ ਆਹ ਦਿਨ ਜਿਹੜੇ ਆ ਸਾਡੇ ਬਹੁਤ ਖਾਸ ਹੁੰਦੇ ਆ। ਇਹਨਾਂ ਨੂੰ ਆਪਾਂ ਐਡਾ ਹਲਕੇ ਚ ਨਾ ਲਈਏ ਵੀ ਭਾਈ ਸਾਡੇ 15-20 ਦਿਨ ਬਿਮਾਰੀ ਚ ਹੀ ਲੰਘ ਜਾਣ ਤੇ ਅਸੀਂ ਤੰਗ ਹੋਈਏ, ਹਨਾ? ਸੋ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਹੀ ਰੱਖਣਾ ਚਾਹੀਦਾ। ਬਿਲਕੁਲ। ਅੱਜ ਕੱਲ ਤੂੜੀ ਬਣਾਉਣ ਦਾ ਟਾਈਮ ਵੀ ਆ ਗਿਆ। ਇਹ ਵੀ ਥੋੜਾ ਜਿਹਾ ਕਈ ਵਾਰੀ ਨਾ ਮੂੰਹ ਦੇ ਵਿੱਚ ਜਾਂਦੀ ਆ ਤਾਂ ਖੰਘ ਜ਼ੁਕਾਮ ਉਹ ਵੀ ਜ਼ਿਆਦਾ ਕਰ ਦਿੰਦੀ ਆ, ਹਨਾ? ਉਹਦੇ ਲਈ ਵੀ ਇਹਤਿਆਤ ਵਰਤਣਾ ਚਾਹੀਦਾ ਸਾਨੂੰ। ਮੂੰਹ ਢੱਕ ਕੇ ਜੇ ਖੇਤ ਦੇ ਵਿੱਚ ਅਸੀਂ ਤੂੜੀ ਬਣਾ ਰਹੇ ਆ ਨਾ, ਤਾਂ ਉਸੇ ਹਿਸਾਬ ਨਾਲ ਸਾਨੂੰ ਬਣਾਉਣੀ ਚਾਹੀਦੀ। ਇੱਕ ਗਿੱਲੀ ਮੈਨੂੰ ਲੱਗਦਾ ਵੀ ਤੂੜੀ ਨਹੀਂ ਬਣਾਉਣੀ ਚਾਹੀਦੀ, ਕਿਉਂਕਿ ਅੱਗ ਲੱਗਣ ਦੇ ਵੀ ਚਾਂਸ ਬਣ ਜਾਂਦੇ ਆ। ਬਿਲਕੁਲ। ਔਰ ਦੂਜੀ ਗੱਲ ਇਹ ਆ ਵੀ ਆਪਾਂ ਆਪਣੇ ਆਪ ਨੂੰ ਢੱਕਣ ਦੀ ਤਾਂ ਗੱਲ ਕਰਦੇ ਆ, ਡਾਕਟਰ ਸਾਹਿਬ ਸਾਡੇ ਖੇਤ ਹੀ ਢੱਕਦੇ ਹੁੰਦੇ ਆ। ਇਹ ਕਹਿੰਦੇ ਆ ਵੀ ਇਹ ਜਿਹੜਾ ਖੇਤ ਢੱਕਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਤੋਂ ਆਪਾਂ ਬਚ ਜਾਂਦੇ ਆ। ਪਰ ਫੇਰ ਵੀ ਅੱਜ ਇਹਨਾਂ ਨੇ ਇੱਕ ਨਵੀਂ ਗੱਲ ਦੱਸੀ ਹੈ ਵੀ ਇੱਕ ਨਾ ਕੋਈ ਸਮੱਸਿਆ ਆਉਂਦੀ ਹੈ, ਤੇ ਉਹਦੇ ਬਾਰੇ ਅੱਜ ਅਸੀਂ ਗੱਲ ਕਰਨੀ ਹੈ। ਕਿਸਾਨ ਵੀਰੋ ਤੇ ਭੈਣੋ, ਡਾਕਟਰ ਸਾਹਿਬ ਨਾਲ ਜਿਹੜੀ ਅੱਜ ਅਸੀਂ ਗੱਲ ਕਰਨੀ ਹੈ
ਉਹ ਹੈਗੀ ਆ ਪੋਲੀ ਤੇ ਨੈਟ ਹਾਊਸ 'ਚ ਨੀਮਾਟੋਡ ਦੀ ਰੋਕਥਾਮ। ਹਾਂ ਡਾਕਟਰ ਸਾਹਿਬ ਜੀ, ਗੱਲ ਇਹ ਆਪ ਜਦੋਂ ਤੁਸੀਂ ਅੱਗੇ ਮੈਨੂੰ ਦੱਸਦੇ ਹੁੰਦੇ ਸੀ ਵੀ ਭਾਈ ਆਪਾਂ ਜਦੋਂ ਪੋਲੀ ਹਾਊਸ ਜਾਂ ਨੈਟ ਹਾਊਸ ਲਾ ਲਿਆ ਹਾਂਜੀ, ਇਹਦੇ ਫਾਇਦੇ ਬੜੇ ਆ ਹੈ, ਇਹਦੇ ਤਾਂ ਸਮੱਸਿਆ ਆਉਂਦੀ ਕੋਈ ਨਹੀਂ, ਨਾ ਅੰਦਰ ਮੱਛਰ ਵੜਦਾ, ਨਾ ਕੋਈ ਹੋਰ ਬਿਮਾਰੀਆਂ ਰਹਿਤ ਹੋ ਜਾਂਦਾ। ਬਿਲਕੁਲ। ਪਰ ਆ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਨੀਮਾਟੋਡ, ਇਹਦੇ ਬਾਰੇ ਸਾਨੂੰ ਦੱਸੋ ਵੀ ਇਹ ਹੈ ਕੀ, ਤੇ ਜੇ ਉਹ ਸਾਡੇ ਪੋਲੀ ਹਾਊਸ ਨੈਟ ਹਾਊਸ 'ਚ ਆ ਜਾਂਦੀ ਆ ਤੇ ਸਾਨੂੰ ਪਤਾ ਕਿੱਦਾਂ ਲੱਗੇ ਵੀ ਇਹ ਬਿਮਾਰੀ ਉੱਥੇ ਤੁਰੀ ਫਿਰਦੀ, ਭਾਈ ਇਹਦਾ ਕੋਈ ਹੱਲ ਕੱਢ ਲਈਏ। ਬਿਲਕੁਲ ਜੀ। ਤੇਜਪਾਲ ਜੀ, ਪੋਲੀ ਹਾਊਸ ਨੈਟ ਹਾਊਸ ਦੀ ਜਿਹੜੀ ਖੇਤੀ ਆ ਜੀ, ਕਿਉਂਕਿ ਇੱਕ ਹਾਈਟੈਕ ਖੇਤੀ ਹੈ, ਕਣਕ ਝੋਨੇ ਦੇ ਚੱਕਰ ਚੋਂ ਕੱਢ ਕੇ ਕਿਸਾਨਾਂ ਨੂੰ ਅਸੀਂ ਕਹਿੰਦੇ ਕਿ ਖੇਤੀ ਵਿਭਿੰਨਤਾ ਵੱਲ ਆਓ, ਤੇ ਖੇਤੀ ਵਿਭਿੰਨਤਾ ਜਦੋਂ ਗੱਲ ਹੁੰਦੀ ਹੈ ਤੇ ਬਾਗਬਾਨੀ ਦੀ ਗੱਲ ਆਉਂਦੀ ਹੈ, ਫਲ ਸਬਜ਼ੀਆਂ ਖੁੰਬਾਂ ਫਲਾਂ ਦੀ ਫੁੱਲਾਂ ਦੀ ਗੱਲ ਆਉਂਦੀ ਹੈ ਜੀ, ਤੇ ਇਹਦੇ ਵਿੱਚ ਇੱਕ ਸਬਜ਼ੀਆਂ ਦੇ ਵਿੱਚ ਫਿਰ ਇੱਕ ਹਾਈ ਵੈਲਿਊ ਸੈਗਮੈਂਟ ਹੈ ਜਿਹੜਾ ਪੋਲੀ ਹਾਊਸ ਨੈਟ ਹਾਊਸ ਦੀ ਖੇਤੀ ਹੈ। ਜੀ, ਤੇ ਜਿਵੇਂ ਆਪਾਂ ਜਾਣਦੇ ਕਿ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਤੇ ਉਹਦੇ ਵਿੱਚ ਫਿਰ ਸਮੱਸਿਆਵਾਂ ਵੀ ਨਾਲ ਦੀ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਮੌਸਮ ਦਾ ਬਦਲਾਅ, ਬੜਾ ਮੌਸਮ ਦੀ ਅਨਸਰਟਨਟੀ ਜਿਹੜੀ ਹੈ ਉਹ ਬਣੀ ਜਾ ਰਹੀ ਹੈ ਜੀ, ਇੱਕਦਮ ਗਰਮੀ ਇੱਕਦਮ ਠੰਡ ਦਾ ਮੌਸਮ ਹੈ। ਇਸੇ ਕਰਕੇ ਅਸੀਂ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਵਾਲੇ ਪਾਸੇ ਨੂੰ ਇਹ ਕਦਮ ਕਿਸਾਨਾਂ ਦਾ ਪਟਵਾ ਰਹੇ ਸੀ। ਤੇ ਪੋਲੀ ਹਾਊਸ ਨੈਟ ਹਾਊਸ ਦੀ ਜਿਹੜੀ ਖੇਤੀ ਆ ਇਹਦੇ ਵਿੱਚ ਕਿਉਂਕਿ ਆਪਾਂ ਸਾਰਾ ਸਾਲ ਫਸਲ ਲੈਂਦੇ ਆ, ਬਿਲਕੁਲ ਫਸਲ ਸਾਡੀ 10 ਮਹੀਨੇ ਲੰਬੀ ਹੁੰਦੀ ਆ, 2 ਮਹੀਨੇ ਅਸੀਂ ਕਹਿੰਦੇ ਕਿ ਪੋਲੀ ਹਾਊਸ ਨੂੰ ਅਸੀਂ ਨੀਟ ਕਲੀਨ ਕਰਦੇ ਆ, ਲੇਕਿਨ ਫਿਰ ਵੀ ਸਾਰਾ ਸਾਲ ਗਿੱਲੀ ਰਹਿਣ ਕਰਕੇ ਜ਼ਮੀਨ ਉਹਦੇ ਵਿੱਚ ਮਿੱਟੀ ਵਾਲੀਆਂ ਬਿਮਾਰੀਆਂ ਜਿਹੜੀਆਂ ਉਹ ਕੁਛ ਹੱਦ ਤੱਕ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ 3-4 ਸਾਲਾਂ ਬਾਅਦ। ਅੱਛਾ ਜੀ, ਨਵੇਂ-ਨਵੇਂ ਚ ਨਹੀਂ ਆਉਂਦੇ, ਜਿਹੜੀ ਤੁਸੀਂ ਗੱਲ ਕੀਤੀ ਕਿ ਪਹਿਲੋਂ ਨਹੀਂ ਆਉਂਦੀਆਂ, ਲੇਕਿਨ 3-4 ਸਾਲਾਂ ਬਾਅਦ ਇਹ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮਿੱਟੀ ਦੀਆਂ ਬਿਮਾਰੀਆਂ ਜਿਹੜੀਆਂ ਨੇ। ਉਹਦਾ ਹੀ ਇੱਕ ਪਾਰਟ ਹੈ ਨਿਮਾਟੋਡ, ਜਿਹਦੀ ਆਪਾਂ ਅੱਜ ਗੱਲ ਕਰਨੀ ਹੈ। ਕਿਉਂਕਿ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਇਹਨਾਂ ਦੇ ਵਿੱਚ ਜੇ ਆਪਾਂ ਦੇਖੀਏ ਨੁਕਸਾਨ, ਓਵਰਆਲ ਨੁਕਸਾਨ ਨਦੀਨਾਂ ਦਾ, ਕੀੜੇ ਮਕੌੜੇ ਬਿਮਾਰੀਆਂ ਦਾ, ਹੋਰ ਚੀਜ਼ਾਂ ਦਾ, ਤੇ ਕੀੜੇ ਮਕੌੜੇ ਤੇ ਬਿਮਾਰੀਆਂ ਜਿਹੜੀਆਂ ਲਗਭਗ 46% ਨੁਕਸਾਨ ਸਾਡੇ ਯੀਲਡ ਦਾ, ਝਾੜ ਦਾ ਕਰ ਦਿੰਦੀਆਂ ਨੇ। ਅੱਛਾ ਜੀ। ਤੇ ਉਹਦੇ ਵਿੱਚ ਇੱਕ ਜਿਹੜਾ ਨਿਮਾਟੋਡ ਹੁਣ ਪੋਲੀ ਹਾਊਸ ਨੈਟ ਹਾਊਸ ਦੇ ਵਿੱਚ ਇੱਕ ਸਮੱਸਿਆ ਬਣ ਕੇ ਸਾਡੇ ਸਾਹਮਣੇ ਨੋਟ ਹੋਇਆ ਹੈ, ਉਹਦੇ ਵਿੱਚ ਸਾਡੇ ਸਾਇੰਸਦਾਨਾਂ ਨੇ ਇਹਦੇ ਹੱਲ ਵੀ ਲੱਭੇ ਆ। ਅੱਛਾ ਜੀ। ਤੇ ਉਹ ਆਪਾਂ ਅੱਜ ਗੱਲ ਕਰਾਂਗੇ। ਨਿਮਾਟੋਡ ਤੁਸੀਂ ਪੁੱਛਿਆ ਕਿ ਹੈ ਕੀ ਹੈ ਤੇ ਇਹਦੀ ਪਹਿਚਾਣ ਕਿਵੇਂ ਕਰਨੀ ਹੈ। ਨਿਮਾਟੋਡ ਇੱਕ ਇਹ ਕਹਿ ਲਓ ਕਿ ਸੋਇਲ ਪੈਸਟ ਹੈ, ਮਿੱਟੀ ਦਾ ਇੱਕ ਸਾਡੀ ਫਸਲਾਂ ਦਾ ਇੱਕ ਦੁਸ਼ਮਣ ਹੈ, ਜਿਹੜਾ ਜਿਹਨੂੰ ਆਪਾਂ ਨਾ ਤਾਂ ਕੀੜੇ ਦੀ ਕੈਟਾਗਰੀ 'ਚ ਰੱਖਦੇ ਨਾ ਬਿਮਾਰੀ ਦੀ ਕੈਟਾਗਰੀ 'ਚ। ਇਹ ਕਿਉਂਕਿ ਕੀੜੇ ਦੇ ਵੀ ਆਪਾਂ ਉਹਨੂੰ ਕੈਟਾਗਰੀ ਰੱਖਦੇ ਹਾਂ ਕਿ ਇਹਦੇ ਇੰਨੇ ਸੈਗਮੈਂਟ ਹੈ, ਇੰਨੀ ਇਹਦੀਆਂ ਲੱਤਾਂ ਨੇ ਜੀ। ਇਹਦਾ ਨਿਮਾਟੋਡ ਦਾ ਨਾ ਤੇ ਇਹਦੀਆਂ ਲੈਗਸ ਹੁੰਦੀਆਂ ਨੇ, ਕੋਈ ਲੱਤਾਂ ਹੁੰਦੀਆਂ ਨੇ, ਨਾ ਇਹਦੇ ਸੈਗਮੈਂਟ ਹੁੰਦੇ ਬਾਡੀ ਦੇ, ਇਹ ਨਾ ਹੀ ਦਾ ਕੋਈ ਸਕੈਲਟਨ ਸਿਸਟਮ ਹੈ, ਨਾ ਰੈਸਪੀਰੇਟਰੀ ਸਿਸਟਮ ਹੈ। ਇਹ ਇੱਕ ਥ੍ਰੈਡ ਲਾਈਕ ਧਾਗੇ ਵਰਗਾ ਇੱਕ ਜੀਵ ਹੈ ਜੀ, ਜਿਹਦੇ ਮੂੰਹ ਤੇ ਇੱਕ ਸਟਾਈਲਟ ਇੱਕ ਡੰਗ ਹੁੰਦਾ ਛੋਟਾ ਜਿਹਾ। ਅੱਛਾ ਜੀ। ਇਹ ਮਾਈਕਰੋਸਕੋਪ ਨਾਲ ਹੀ ਅਸੀਂ ਨਿਮਾਟੋਡ ਨੂੰ ਦੇਖ ਸਕਦੇ ਹਾਂ, ਵੈਸੇ ਨਹੀਂ ਦਿਸਦਾ। ਤੇ ਇਹ ਆਪਣੇ ਸਟਾਈਲਟ ਦੇ ਰਾਹੀਂ ਸਾਡੇ ਪੌਦਿਆਂ ਦੀਆਂ, ਸਬਜ਼ੀਆਂ ਦੀਆਂ ਜਿਹੜੀਆਂ ਪੌਦਿਆਂ ਦੀਆਂ ਜੜ੍ਹਾਂ ਨੇ ਉਹਨਾਂ ਦੇ ਸੈੱਲਾਂ ਨੂੰ ਖੁਰਚ ਕੇ ਉਹਦੇ ਅੰਦਰ ਵੜ ਜਾਂਦਾ ਔਰ ਉੱਥੇ ਫਿਰ ਜੜ੍ਹਾਂ ਤੇ ਗੰਢ ਬਣਾ ਲੈਂਦਾ। ਅੱਛਾ ਜੀ। ਉਹ ਗੰਢਾਂ ਬਣਾ ਕੇ ਉਹਦੇ ਵਿੱਚ ਆਪਣਾ ਲਾਈਫ ਸਾਈਕਲ ਪੂਰਾ ਕਰਦਾ, ਤੇ ਇਹਦਾ ਲਗਭਗ 20-25 ਦਿਨ ਦਾ ਲਾਈਫ ਸਾਈਕਲ ਵੀ ਹੁੰਦਾ ਜੀ। ਤੇ ਇਸ ਤਰੀਕੇ ਦੇ ਨਾਲ ਜਦੋਂ ਜੜ੍ਹਾਂ ਦੇ ਵਿੱਚ ਇਹ ਐਂਟਰ ਕਰਦਾ ਤੇ ਗੰਢਾਂ ਬਣਾਉਂਦਾ ਹੈ, ਉਹ ਫਿਰ ਜੜ੍ਹਾਂ ਜਿਹੜੀਆਂ ਸਾਡੀਆਂ ਨੇ ਪੌਦਿਆਂ ਦੀਆਂ, ਉਹ ਮਿੱਟੀ ਵਿੱਚ ਭਾਵੇਂ ਆਪਾਂ ਸਾਰਾ ਕੁਝ ਪਾਇਆ ਹੁੰਦਾ ਪਰ ਉਹ ਜੜ੍ਹਾਂ ਖੁਰਾਕ ਨਹੀਂ ਲੈ ਪਾਉਂਦੀਆਂ, ਉਹਦੇ ਕਰਕੇ ਵੱਡੇ ਵੱਡੇ ਬੂਟੇ ਸਾਡੇ ਜਿਹੜੇ ਨੇ ਉਹ ਪੀਲੇ ਹੋ ਕੇ ਤੇ ਸੁੱਕਣੇ ਸ਼ੁਰੂ ਹੋ ਜਾਂਦੇ ਆ। ਇਹ ਜਦੋਂ ਆਪਾਂ ਬੂਟਾ ਪੁੱਟ ਕੇ ਦੇਖਦੇ ਆ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਜੜ੍ਹਾਂ ਦੇ ਉੱਤੇ ਬਹੁਤ ਸਾਰੀਆਂ ਗੰਢਾਂ ਬਣੀਆਂ ਹੋਈਆਂ ਨੇ। ਉਹਨਾਂ ਦਾ ਜਦੋਂ ਅਸੀਂ ਟੈਸਟ ਕਰਵਾ ਕੇ ਦੇਖ ਸਕਦੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਤੇ ਸਾਨੂੰ ਪਤਾ ਲੱਗਦਾ ਵੀ ਇਹ ਤੇ ਨਿਮਾਟੋਡ ਦੀ ਸਮੱਸਿਆ ਆ ਗਈ। ਕਿਸਾਨ ਵੀਰੋ ਦੇਖੋ, ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਨਿਮਾਟੋਡ ਕਿਸ ਤਰ੍ਹਾਂ ਦਾ ਹੁੰਦਾ ਆ, ਕਿਵੇਂ ਉਹ ਸਾਡੇ ਖੇਤਾਂ ਦੇ ਵਿੱਚ, ਸਾਡੇ ਪ੍ਰੋਟੈਕਟਡ ਕਲਟੀਵੇਸ਼ਨ ਦੇ ਵਿੱਚ, ਪੋਲੀ ਹਾਊਸ ਦੇ ਵਿੱਚ ਨੁਕਸਾਨ ਕਰਦੀ ਹੈ। ਜਪਾਲ ਜੀ, ਕਦੇ ਸੋਚਿਆ ਸੀ ਤੁਸੀਂ ਕਾਹਦਾ ਵੀ ਇਦਾਂ ਦਾ ਵੀ ਕੋਈ ਕਣ ਖੇਤਾਂ ਦੇ ਵਿੱਚ ਜਾਂ ਇਹਦੇ ਵਿੱਚ ਬਿਮਾਰੀ ਆ ਜਾਊਗੀ ਪੋਲੀ ਹਾਊਸ ਦੇ ਵਿੱਚ, ਮਿੱਟੀ 'ਚ ਵੀ? ਤੁਸੀਂ ਕਰੋਨਾ ਬਾਰੇ ਸੋਚਿਆ ਸੀ? ਨਾ, ਫੇ ਬਸ ਇਦਾਂ ਹੀ ਆ। ਦੇਖੋ, ਇਹ ਜਿੰਨਾ ਮਹੀਨ ਡਾਕਟਰ ਸਾਹਿਬ ਦੱਸ ਰਹੇ ਆ ਨਾ, ਇਹ ਮੈਨੂੰ ਲੱਗਦਾ ਕੋਈ ਕਰੋਨਾ ਵਰਗੀ ਚੀਜ਼ ਆ ਜਿਹੜੀ ਉਹਦੇ 'ਚ ਆ ਜਾਂਦੀ ਆ, ਮਿੱਟੀ ਥਾਣੀ ਆਉਂਦੀ ਆ ਤੇ ਸਾਡੀ ਜਿਹੜੀਆਂ ਫਸਲਾਂ ਉਹਨੂੰ ਖਰਾਬ ਕਰਦੀ ਆ। ਬਿਲਕੁਲ ਬਿਲਕੁਲ। ਦੇਖੋ ਕਿਸਾਨ ਵੀਰੋ, ਨਿੱਤ ਨਵੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ। ਨਿਮਾਟੋਡ ਦੀ ਵੀ ਸਮੱਸਿਆ ਸਾਡੇ ਸਾਹਮਣੇ ਆ ਚੁੱਕੀ ਹੈ, ਜਿਹੜੀ ਕਿ ਜ਼ਿਆਦਾ ਢੱਕਵੀਂ ਖੇਤੀ ਦੇ ਵਿੱਚ ਆ ਰਹੀ ਆ, ਜਾਂ ਅਸੀਂ ਕਹਿ ਲਈ ਪੋਲੀ ਹਾਊਸਸ ਦੇ ਵਿੱਚ ਜਾਂ ਨੈਟ ਹਾਊਸ ਦੇ ਵਿੱਚ ਆ ਰਹੀ ਹੈ। ਡਾਕਟਰ ਸਾਹਿਬ ਜੀ, ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ ਦਈਏ ਫਿਰ ਆਪਾਂ ਕਿੰਨਾ ਕੁ ਨੁਕਸਾਨ ਇਹ ਕਿਵੇਂ ਕਰਦੀ ਆ ਜਿਹੜੀ ਨਿਮਾਟੋਡ ਆ, ਤੇ ਫਸਲ ਦਾ ਕਿੱਥੇ ਕੁ ਤੱਕ ਫਿਰ ਨੁਕਸਾਨ ਹੋ ਜਾਂਦਾ ਜ਼ਿਆਦਾਤਰ? ਹਾਂ ਬਿਲਕੁਲ ਚੌਹਾਨ ਸਾਹਿਬ, ਇਹ ਇਦਾਂ ਹੈਗਾ ਕਿ ਜਦੋਂ ਅਸੀਂ ਪੋਲੀ ਹਾਊਸ ਨੈਟ ਹਾਊਸ ਨਵੇਂ ਬਣਾਉਣੇ ਆ ਜੀ, ਅਸੀਂ ਆਮ ਤੌਰ ਤੇ ਕਿਸਾਨਾਂ ਨੂੰ ਕਹਿੰਦੇ ਆ ਕਿ ਉੱਥੇ ਪਹਿਲਾਂ ਆਪਾਂ ਇੱਕ ਮਿੱਟੀ ਦਾ ਟੈਸਟ ਕਰ ਲਈਏ ਜੀ। ਮਿੱਟੀ ਦਾ ਟੈਸਟ ਆਪਾਂ ਇੱਕ ਸੋਇਲ ਪ੍ਰੋਫਾਈਲ, ਵੈਸੇ ਤੇ ਮਿੱਟੀ ਦਾ ਦੇਖਦੇ ਆ ਕਿ ਉਹਦੇ 'ਚ ਨਿਊਟ੍ਰੀਸ਼ਨ ਦਾ ਲੈਵਲ ਕੀ ਹੈਗਾ, ਉਹਦੀ pH EC ਕਿੰਨੀ ਹੈ ਤੇ ਬਾਕੀ ਉਹਦੇ 'ਚ ਨਿਊਟ੍ਰੀਐਂਟ ਕਿੰਨੇ ਆ। ਲੇਕਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੋਲੋਂ ਅਸੀਂ
ਆਪਣੀ ਮਿੱਟੀ ਦਾ ਨੈਮਾਟੋਡ ਟੈਸਟ ਵੀ ਅਸੀਂ ਹੁਣ ਕਿਸਾਨਾਂ ਨੂੰ ਕਹਿੰਦੇ ਆ ਕਿ ਉਹ ਕਰਵਾਉਣ, ਕਿਉਂਕਿ ਜਿੱਥੇ ਆਪਾਂ ਇੰਨੀ ਵੱਡੀ ਇਨਵੈਸਟਮੈਂਟ ਕਰਨੀ ਆ, ਕਿੱਲੇ ਦਾ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ, ਸਾਡਾ 30-35 ਲੱਖ ਰੁਪਏ ਲੱਗਦਾ ਪੋਲੀ ਹਾਊਸ ਤੇ, ਬਿਲਕੁਲ, ਤੇ ਨੈਟ ਹਾਊਸ ਤੇ ਵੀ 27-28 ਲੱਖ ਰੁਪਏ ਲੱਗਦਾ। ਅਸੀਂ ਚਾਹੁੰਦੇ ਹਾਂ ਕਿ ਉੱਥੇ ਨੈਮਾਟੋਡ ਦਾ ਵੀ ਇੱਕ ਪਹਿਲਾਂ ਹੀ ਟੈਸਟ ਕਰਵਾ ਲਿਆ ਜਾਵੇ। ਜੇ ਸਾਡੀ ਮਿੱਟੀ ਵਿੱਚ ਪਹਿਲਾਂ ਹੀ ਨੈਮਾਟੋਡ ਹੈਗਾ ਹੈ ਤੇ ਅਸੀਂ ਉੱਥੇ ਪੋਲੀ ਹਾਊਸ ਨਾ ਬਣਾਈਏ ਜੀ। ਤੇ ਸਾਡੇ ਖੇਤ, ਕਿਉਂਕਿ ਕਿਸਾਨ ਦਾ ਖੇਤ 5-10 ਏਕੜ ਦਾ ਫਾਰਮ ਹੁੰਦਾ ਹੈ, ਉੱਥੇ ਸਾਡੇ ਜਿੱਥੇ ਆਪਾਂ ਕਣਕ ਝੋਨਾ ਲਾਉਣੇ ਆ ਜਾਂ ਹੋਰ ਫਸਲਾਂ ਲਾਉਣੇ ਆ ਸਬਜ਼ੀਆਂ ਤੋਂ ਇਲਾਵਾ, ਉੱਥੇ ਸਾਡੇ ਨੈਮਾਟੋਡ ਨਹੀਂ ਹੁੰਦਾ। ਆਪਾਂ ਉਹ ਖੇਤ ਚੁਣ ਕੇ ਉੱਥੇ ਆਪਾਂ ਪੋਲੀ ਹਾਊਸ ਨੈਟ ਹਾਊਸ ਪਹਿਲਾਂ ਤਾਂ ਬਣਾਈਏ। ਪਹਿਲੀ ਤੇ ਗੱਲ ਇਹ ਆ। ਦੂਜੀ ਗੱਲ ਤੁਸੀਂ ਨੁਕਸਾਨ ਦੀ ਕੀਤੀ ਹੈ, ਜਦੋਂ ਸਾਡੀ ਫਸਲ ਅਸੀਂ ਲਾ ਲੈਂਦੇ ਆ, ਕਈ ਵਾਰੀ ਪਹਿਲਾਂ 1-2 ਸਾਲ ਸਾਡੇ ਖੇਤ ਫ੍ਰੀ ਹੁੰਦੇ ਆ, ਤੇ ਜਦੋਂ ਅਸੀਂ ਸਾਡੇ ਕਿਸਾਨ ਅਸੀਂ ਕਹਿੰਦੇ ਕਿ ਹਰ ਸਾਲ ਸੋਇਲ ਸੋਲਰਾਈਜੇਸ਼ਨ ਕਰੀਏ, ਆਪਾਂ ਅੱਗੇ ਗੱਲ ਕਰਾਂਗੇ, ਉਹ ਸਾਡੇ ਕਿਸਾਨ ਨਹੀਂ ਕਰਦੇ। ਤੇ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਮਈ-ਜੂਨ ਦੇ ਵਿੱਚ ਰੇਟ ਸਬਜ਼ੀਆਂ ਦਾ ਜ਼ਿਆਦਾ ਹੁੰਦਾ, ਤਾਂ ਸਾਡੇ ਕਿਸਾਨ ਕਈ ਵਾਰੀ ਲਾਲਚ ਵਸ ਫਸਲ ਲੈ ਲੈਂਦੇ ਨੇ ਤੇ ਪੋਲੀ ਹਾਊਸ ਨੈਟ ਹਾਊਸ ਸਾਨੂੰ ਟਰੀਟ ਨਹੀਂ ਕਰਦੇ। ਉੱਥੇ ਫਿਰ 2-3 ਸਾਲਾਂ ਬਾਅਦ ਪੋਲੀ ਹਾਊਸ ਦੇ ਵਿੱਚ ਨੈਟ ਹਾਊਸ ਦੇ ਵਿੱਚ ਨੈਮਾਟੋਡ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤੇ ਜਦੋਂ ਸਾਡੀ ਫਸਲ ਅਸੀਂ ਲਾਉਣੇ ਆ, ਫਸਲ ਜਦੋਂ ਸਾਡੀ ਅੱਧ 'ਚ ਆਉਂਦੀ ਆ, ਪੌਦੇ ਵੱਡੇ ਹੋ ਜਾਂਦੇ ਆ, 5-6 ਮਹੀਨਿਆਂ ਬਾਅਦ ਇਹਦੇ ਸਿੰਪਟਮ ਜਿਹੜੇ ਨੇ, ਜਦੋਂ ਅਸੀਂ ਬੂਟਿਆਂ ਨੂੰ ਸਾਰਾ ਕੁਝ ਪਾ ਰਹੇ ਹੁੰਦੇ ਆ, ਖਾਦ ਪੂਰੀ ਪਾਉਣੇ ਆ, ਸਪਰੇਆਂ ਪੂਰੀਆਂ ਕਰਦੇ ਆ, ਫਸਲ ਦਾ ਪੂਰਾ ਧਿਆਨ ਰੱਖਦੇ ਆ, ਫਿਰ ਵੀ ਸਾਡੇ ਬੂਟੇ ਜਿਹੜੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ। ਤੇ ਸਾਡੇ ਬੂਟੇ ਜਿਹੜੇ ਨੇ ਉਹ ਸਾਨੂੰ ਇਦਾਂ ਲੱਗਦਾ ਕਿ ਇਹਨਾਂ ਨੂੰ ਕੀ ਹੋ ਗਿਆ, ਇਹ ਵੱਧ ਫੁੱਲ ਨਹੀਂ ਰਹੇ, ਪੀਲੇ ਪੈਣੇ ਸ਼ੁਰੂ ਹੋ ਗਏ ਆ। ਬੜੀ ਸੋਹਣੀ ਫਸਲ ਖੜੀ ਦੀ ਖੜਾਈ ਜਿਹੜੀ ਆ ਉਹ ਇੱਕਦਮ ਪੀਲੀ ਪੈਣੀ ਹੋ ਗਈ ਸ਼ੁਰੂ। ਤੇ ਫਿਰ ਅਸੀਂ ਕਿਸਾਨ ਨੂੰ ਕਹਿੰਦੇ ਆ ਕਿ ਆਪਾਂ ਇਹਦਾ ਇੱਕ ਬੂਟਾ ਪੁੱਟ ਕੇ ਦੇਖੀਏ। ਤੇ ਜਦੋਂ ਅਸੀਂ ਕੋਈ ਵੀ ਬੂਟਾ ਇੱਕ ਪੁੱਟ ਕੇ ਦੇਖਦੇ ਆ, ਤੇ ਜਦੋਂ ਇਹਦੀਆਂ ਜੜ੍ਹਾਂ ਨੂੰ ਮਿੱਟੀ ਝਾੜ ਕੇ ਦੇਖਦੇ ਆ, ਤੇ ਜੜ੍ਹਾਂ ਦੇ ਵਿੱਚ ਛੋਟੀਆਂ-ਛੋਟੀਆਂ ਜਿਹੜੀਆਂ ਗੰਢਾਂ ਬਣੀਆਂ ਹੁੰਦੀਆਂ, ਉਹ ਗੰਢਾਂ ਕਈ ਵਾਰੀ ਆਪਣੇ ਜਿਹੜੇ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਨੇ ਉਹਦੇ ਨਾਲ ਵੀ ਕਈ ਵਾਰੀ ਅਸੀਂ ਉਹਦਾ ਭੁਲੇਖਾ ਖਾ ਜਾਂਦੇ ਆ। ਲੇਕਿਨ ਉਹ ਛੋਟੀਆਂ ਹੁੰਦੀਆਂ ਨੇ, ਇਹਦੀਆਂ ਗੰਢਾਂ ਥੋੜ੍ਹੀਆਂ ਜਿਹੀਆਂ ਮੋਟੀਆਂ ਹੁੰਦੀਆਂ ਔਰ ਹਾਰਡ ਹੁੰਦੀਆਂ ਨੇ, ਕਿਉਂਕਿ ਨੈਮਾਟੋਡ ਉੱਥੇ ਗੰਢ ਬਣਾ ਕੇ ਆਪਣਾ ਸਾਈਕਲ ਚਲਾਉਂਦਾ ਹੈ। ਤੇ ਉਹ ਜਦੋਂ ਅਸੀਂ ਗੰਢਾਂ ਨੂੰ ਅਸੀਂ ਚੈੱਕ ਕਰਦੇ ਆ, ਟੈਸਟ ਕਰਾਉਣੇ ਆ, ਤੇ ਸਾਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਤੇ ਨੈਮਾਟੋਡ ਆ ਚੁੱਕਾ ਹੈ, ਰੂਟ ਨੋਟ ਨੈਮਾਟੋਡ ਉਹਨੂੰ ਅਸੀਂ ਕਹਿੰਦੇ ਆ। ਤੇ ਉਹ ਸਾਡੇ ਜਿਹੜੇ ਬੂਟੇ ਨੇ ਉਹ ਖੁਰਾਕ ਨਾ ਲੈਣ ਕਰਕੇ ਸਾਡਾ ਪੂਰੇ ਦਾ ਪੂਰੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਂਦੀ ਹੈ, ਔਰ 100% ਨੁਕਸਾਨ ਹੋ ਜਾਂਦਾ ਜੀ। ਡਾਕਟਰ ਸਾਹਿਬ, ਇਹ ਨੈਮਾਟੋਡ ਜਿਹੜੀ ਤੁਸੀਂ ਗੱਲ ਕਰਦੇ, ਇਹਦਾ ਵੀ ਆਉਣ ਦਾ ਕੋਈ ਕਾਰਨ ਤੇ ਹੋਊਗਾ? ਇਹ ਸ਼ੁਰੂਆਤ ਕਿੱਦਾਂ ਹੁੰਦੀ ਆ ਤਾਂ ਕਿ ਇਹਨੂੰ ਸ਼ੁਰੂ 'ਚ ਹੀ ਆਪਾਂ ਕੁਝ ਕਰ ਲਈਏ ਭਾਈ? ਬਿਲਕੁਲ, ਤੁਸੀਂ ਇਹ ਬਹੁਤ ਵਧੀਆ ਤੇਜਪਾਲ ਜੀ ਪੁੱਛਿਆ ਕਿ ਆਪਾਂ ਇਹਦੇ ਕਾਰਨ ਪਤਾ ਹੋਣਗੇ ਤੇ ਆਪਾਂ ਰੋਕ ਸਕਦੇ ਹਾਂ। ਬਿਲਕੁਲ, ਇਹਦੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦਾ ਅਸੀਂ ਧਿਆਨ ਰੱਖ ਕੇ ਆਪਣੇ ਪੋਲੀ ਹਾਊਸ ਨੈਟ ਹਾਊਸਾਂ ਨੂੰ ਫ੍ਰੀ ਰੱਖ ਸਕਦੇ ਹਾਂ, ਨੈਮਾਟੋਡ ਆਉਣ ਤੋਂ ਰੋਕ ਸਕਦੇ ਹਾਂ। ਉਹ ਕਾਰਨ ਕਿਹੜੇ ਨੇ ਕਿ ਜਦੋਂ ਕਿਸੇ ਖੇਤ ਦੇ ਵਿੱਚ ਨੈਮਾਟੋਡ ਆ ਗਿਆ, ਸਾਨੂੰ ਪਤਾ ਕਿ ਸਾਡਾ ਖੇਤ ਜਿਹੜਾ ਇਹ 'ਚ ਨੈਮਾਟੋਡ ਹੈ, ਤੇ ਅਸੀਂ ਉੱਥੋਂ ਕੰਮ ਕਰਦੇ ਕਰਦੇ ਆਪਣੇ ਪੋਲੀ ਹਾਊਸ ਨੈਟ ਹਾਊਸਾਂ ਦੇ ਵਿੱਚ ਜਦੋਂ ਜਾਂਦੇ ਆ, ਤੇ ਸਾਡੇ ਪੈਰਾਂ ਦੇ ਨਾਲ ਲੱਗ ਕੇ ਜਿਹੜੀ ਮਿੱਟੀ ਜਾਂਦੀ ਆ ਜਾਂ ਜੁੱਤਿਆਂ ਦੇ ਨਾਲ ਲੱਗ ਕੇ ਮਿੱਟੀ ਜਾਂਦੀ ਆ, ਉਹ ਜਦੋਂ ਅਸੀਂ ਆਪਾਂ ਉਹਦੇ ਨਾਲ ਨੈਮਾਟੋਡ ਉੱਥੇ ਲੈ ਜਾਂਦੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮਾਈਕਰੋਸਕੋਪ ਦੇ ਨਾਲ ਹੀ ਦਿਸਦਾ, ਵੈਸੇ ਤੇ ਦਿਸਦਾ ਹੀ ਨਹੀਂ ਸਾਨੂੰ ਨੰਗੀ ਅੱਖ ਦੇ ਨਾਲ। ਤੇ ਉਹ ਅਸੀਂ ਇੱਕ ਸਾਵਧਾਨੀ ਵਰਤਣੀ ਆ ਬਹੁਤ ਵੱਡੀ, ਕਿ ਅਸੀਂ ਜਿਹੜੇ ਸਾਡੇ ਇਨਫੈਕਟਡ ਖੇਤ ਆ ਜਿਨ੍ਹਾਂ ਦੇ ਵਿੱਚ ਨੈਮਾਟੋਡ ਪਹਿਲਾਂ ਹੈ, ਉੱਥੋਂ ਸਾਡੇ ਵਰਕਰ ਜਾਂ ਅਸੀਂ ਆਪ ਆਪਣੇ ਪੈਰਾਂ ਦੇ ਨਾਲ ਲਾ ਕੇ ਮਿੱਟੀ ਨਾਲ ਲੈ ਕੇ ਆਪਣੇ ਪੋਲੀ ਹਾਊਸ ਨੈਟ ਹਾਊਸਾਂ ਦੇ ਵਿੱਚ ਜਾਈਏ। ਇਸੇ ਕਰਕੇ ਆਪਾਂ ਪੋਲੀ ਹਾਊਸ ਨੈਟ ਹਾਊਸਾਂ ਨੂੰ 2 ਦਰਵਾਜ਼ੇ ਲਾਉਣੇ ਆ। ਉਹ ਦਰਵਾਜ਼ੇ ਤੇ ਅਸੀਂ ਕੀੜੇ ਮਕੌੜਿਆਂ ਨੂੰ ਰੋਕਣ ਲਈ ਲਾਉਂਦੇ ਸੀ, ਬਟ ਉਹਦੇ ਵਿੱਚ ਸਾਨੂੰ ਇੱਕ ਮਨ ਚ ਆਉਂਦੀ ਹੈ ਵੀ ਦਰਵਾਜ਼ਾ ਲੱਗਾ, ਮੈਂ ਇੱਥੇ ਜੇ ਆਇਆ ਤੇ ਮੈਂ ਆਪਣੇ ਸ਼ੂ ਜਾਂ ਤੇ ਖੋਲ ਦੇਵਾਂ, ਜਾਂ ਮੈਂ ਉੱਥੇ ਅਸੀਂ ਇੱਕ ਕਿੰਨੇ ਕਿ ਥੋੜਾ ਜਿਹਾ ਛੋਟਾ ਜਿਹਾ ਇੱਕ ਪਿੱਟ ਬਣਾ ਲਓ ਬਾਹਰ, ਜਿਹਦੇ ਵਿੱਚ ਅਸੀਂ ਪੈਰ ਡਿਪ ਕਰਕੇ ਜਾਈਏ, ਜਿਹਦੇ ਵਿੱਚ ਪੋਟਾਸ਼ੀਅਮ ਪਰਮੈਂਗਨੇਟ ਦਾ ਅਸੀਂ ਸੋਲੂਸ਼ਨ ਬਣਾ ਕੇ ਵੀ ਪਾ ਸਕਦੇ ਹਾਂ। ਤੇ ਉਹ ਅਸੀਂ ਜਿਹੜੇ ਆ ਅਸੀਂ ਪੋਲੀ ਹਾਊਸ ਨੈਟ ਹਾਊਸਾਂ ਨੂੰ ਇੱਕ ਥੋੜਾ ਜਿਹਾ ਕਲੀਨ ਰੱਖੀਏ ਇੱਕ। ਤੇ ਦੂਜੀ ਗੱਲ ਕਿ ਜਿਹੜੇ ਸਾਡੇ ਅਸੀਂ ਸੰਦ ਵਰਤਦੇ ਹਾਂ, ਜਿਵੇਂ ਅਸੀਂ ਟਰੈਕਟਰ ਦੇ ਟਿੱਲਰ ਨੇ, ਹੱਲਾਂ ਨੇ, ਸੁਹਾਗਾ ਹੈ, ਇਹ ਵੀ ਜਦੋਂ ਅਸੀਂ ਕਿਸੇ ਇਨਫੈਕਟਡ ਖੇਤ ਚੋਂ ਹਲਵਾ ਕੇ ਆਪਣੇ ਪੋਲੀ ਹਾਊਸ ਨੈਟ ਹਾਊਸ ਵਿੱਚ ਉਹੀ ਸੇਮ ਟਿੱਲਰ ਜਾਂ ਸੁਹਾਗਾ ਲੈ ਜਾਂਦੇ ਆ, ਤੇ ਮਿੱਟੀ ਤੁਹਾਨੂੰ ਪਤਾ ਨਾਲ ਲੱਗੀ ਰਹਿ ਜਾਂਦੀ ਹੈ ਆਪਣੇ ਟਿੱਲਰਾਂ ਦੇ ਨਾਲ ਤੇ ਸੁਹਾਗੇ ਦੇ ਨਾਲ, ਉਹ ਸਾਨੂੰ ਸਾਫ਼ ਕਰਕੇ ਲੈ ਕੇ ਜਾਣੇ ਚਾਹੀਦੇ ਆ। ਪੋਲੀ ਹਾਊਸ ਨੈਟ ਹਾਊਸ ਦੇ ਵਿੱਚ ਕਿਉਂਕਿ ਆਪਾਂ ਆਪਣੀਆਂ ਫਸਲਾਂ ਨੂੰ ਇਦਾਂ ਦਾ ਐਟਮੋਸਫੀਅਰ ਦਿੰਦੇ ਆ ਕਿ ਬਹੁਤ ਵਧੀਆ ਹੁੰਦਾ, ਲੇਕਿਨ ਉਹ ਸਾਰਾ ਹੀ ਜਿਹੜਾ ਐਟਮੋਸਫੀਅਰ ਹੈ, ਆਬੋ ਹਵਾ ਅੰਦਰ ਦੀ ਜਿਹੜੀ ਉਹ ਕੀੜੇ ਮਕੌੜੇ ਬਿਮਾਰੀਆਂ ਲਈ ਵੀ ਉਨੀ ਵਧੀਆ ਹੁੰਦੀ ਹੈ। ਇਸ ਕਰਕੇ ਅਸੀਂ ਉਹਦੇ ਵਿੱਚ ਉਹ ਵਾਧੇ ਫੈਲਦੇ ਬਹੁਤ ਛੇਤੀ ਆ, ਤੇ ਆਪਾਂ ਇਹ ਕੰਟਰੋਲ ਰੱਖਣਾ ਕਿ ਹੱਲਾਂ ਸੁਹਾਗੇ ਕਲੀਨ ਕਰਕੇ ਲੈ ਕੇ ਜਾਈਏ। ਆਪਣੇ ਕਈ ਰੰਬਾ ਦਾਤਰੀ ਜਿਹੜੀ ਆ ਉਹ ਵੀ ਅਸੀਂ ਕਲੀਨ ਕਰਕੇ ਸਾਫ਼ ਕਰਕੇ ਅੰਦਰ ਲੈ ਕੇ ਜਾਈਏ। ਇੱਥੋਂ ਤੱਕ ਜਿਹੜੇ ਸਾਡੇ ਕਾਮੇ ਨੇ ਉਹਨਾਂ ਦੇ ਵੀ ਜਿਹੜੇ ਪੈਰ ਜਿਹੜੇ ਹੱਥ ਨੇ ਉਹ ਆਪਾਂ ਧੋ ਕੇ ਹੀ ਅੰਦਰ ਜਾਣ। ਇਹ ਸਾਵਧਾਨੀ ਹੈ। ਕਾਹਦਾ ਘੋਲ ਦੱਸਿਆ ਜਿਹੜਾ ਤੁਸੀਂ ਕਿਹਾ ਵੀ ਪੋਟਾਸ਼ੀਅਮ ਪਰਮੈਂਗਨੇਟ? ਪੋਟਾਸ਼ੀਅਮ ਪਰਮੈਂਗਨੇਟ। ਦੇਖੋ ਠੀਕ ਆ ਜੀ। ਡਾਕਟਰ ਸਾਹਿਬ ਫਿਰ ਇਹਦਾ ਬਚਾਅ ਕਿਵੇਂ ਕਰਨਾ? ਹਾਂ ਬਿਲਕੁਲ ਚੌਹਾਨ ਸਾਹਿਬ, ਪਹਿਲੀ ਤਾਂ ਗੱਲ ਹੈ ਵੀ ਇਹ ਜਿਹੜੇ ਕਾਰਨ ਨੇ ਇਹਨਾਂ ਨੂੰ ਆਪਾਂ ਰੋਕੀਏ, ਆਪਣੇ ਇੰਪਲੀਮੈਂਟ ਜਾਂ ਕਈ ਰੰਬਾ ਦਾਤਰੀ ਉਹਨਾਂ ਨੂੰ ਅਸੀਂ ਸਾਫ਼ ਕਰਕੇ ਅੰਦਰ ਲੈ ਕੇ ਜਾਈਏ, ਇੱਕ ਤਾਂ ਇਹ। ਦੂਸਰੀ ਗੱਲ ਕਿ ਅਸੀਂ ਜਿਹੜੇ ਸਾਡੇ ਪੋਲੀ ਹਾਊਸ ਨੈਟ ਹਾਊਸ ਨੇ ਉੱਥੇ ਅਸੀਂ ਜੇ ਗ੍ਰੀਨ ਮੈਨਿਓਰਿੰਗ ਕਰਦੇ ਹਾਂ ਜਾਂ ਖੁੱਲ੍ਹੇ ਖੇਤਾਂ 'ਚ ਕਰਦੇ ਹਾਂ, ਤਾਂ ਉੱਥੇ ਅਸੀਂ ਜੰਤਰ ਜਿਹੜਾ ਉਹ ਨਹੀਂ ਬੀਜਣਾ। ਆਮ ਤੌਰ 'ਤੇ ਅਸੀਂ ਗ੍ਰੀਨ ਮੈਨਿਓਰਿੰਗ ਜ਼ਿਆਦਾਤਰ ਢਾਂਚੇ ਦੀ ਜਾਂ ਜੰਤਰ ਦੀ ਕਰਦੇ ਹਾਂ, ਤੇ ਇਹ ਵੇਖਿਆ ਗਿਆ ਕਿ ਜਿਹੜਾ ਜੰਤਰ ਜਾਂ ਢਾਂਚਾ ਹੈ ਇਹ ਨੈਮਾਟੋਡ ਨੂੰ ਵਧਾਉਂਦਾ ਹੈ। ਅਸੀਂ ਉੱਥੇ ਜਿਹੜੀ ਗ੍ਰੀਨ ਮੈਨਿਓਰਿੰਗ ਕਰਨੀ ਆ
ਉਹ ਅਸੀਂ ਸਣ ਦੀ ਕਰਨੀ ਆ, ਸਣ ਹੈਂਪ ਦੀ ਕਰਨੀ ਆ, ਜਾਂ ਅਸੀਂ ਗੇਂਦਾ ਜਿਹੜਾ ਲਾ ਕੇ ਉਹਨੂੰ ਆਪਣੇ ਖੇਤਾਂ 'ਚ ਵਾਹੀਏ। ਦੂਜੀ ਗੱਲ ਕਿ ਇਹਦੇ ਜਿਹੜੇ ਹੱਲ ਤੁਸੀਂ ਜੇ ਪੁੱਛੇ ਆ, ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇੱਕ ਕੁਦਰਤੀ ਸਾਨੂੰ ਇੱਕ ਐਡਵਾਂਟੇਜ ਹੈ ਪੰਜਾਬ ਦੇ ਵਿੱਚ ਕਿ ਮਈ ਜੂਨ ਦੇ ਵਿੱਚ, ਹੁਣ ਜਿਵੇਂ ਮਈ ਆ ਗਈ ਹੈ ਤੇ ਮਈ ਜੂਨ ਦੇ ਵਿੱਚ ਧੁੱਪਾਂ ਬਹੁਤ ਲੱਗਦੀਆਂ ਨੇ, ਭਾਵੇਂ ਇਸ ਵਾਰੀ ਮੌਸਮ ਅਜੇ ਗਰਮ ਨਹੀਂ ਹੋਇਆ, ਲੇਕਿਨ ਮਈ ਜੂਨ ਦੇ ਵਿੱਚ ਸਾਨੂੰ ਕੁਦਰਤ ਦਾ ਇੱਕ ਐਡਵਾਂਟੇਜ ਹੈ ਕਿ ਸਾਡਾ ਟੈਂਪਰੇਚਰ ਜਿਹੜਾ ਇੱਥੇ ਪੰਜਾਬ ਦਾ ਉਹ 45-46 ਡਿਗਰੀ ਤੱਕ ਚੱਲ ਜਾਂਦਾ। ਤੇ ਜੇ ਅਸੀਂ ਇਸ ਹਾਈ ਟੈਂਪਰੇਚਰ ਦਾ ਵੱਧ ਧੁੱਪ ਦਾ ਜਿਹੜਾ ਅਸੀਂ ਫਾਇਦਾ ਲੈ ਕੇ ਆਪਣੇ ਪੋਲੀਹਾਊਸ ਨੈਟਹਾਊਸਾਂ ਨੂੰ ਤਪਾਈਏ 4-6 ਹਫ਼ਤੇ, ਤੇ ਅਸੀਂ ਨੈਮਾਟੋਡ ਨੂੰ ਰੋਕ ਸਕਦੇ ਹਾਂ, ਕਿਉਂਕਿ ਨੈਮਾਟੋਡ ਜਿਹੜਾ 50 ਡਿਗਰੀ ਤੋਂ ਉੱਪਰ ਜਦੋਂ ਤਾਪਮਾਨ ਜਾਂਦਾ ਹੈ ਤੇ ਇਹ ਮਰ ਜਾਂਦਾ। ਤੇ ਇਹਦੇ ਵਾਸਤੇ ਅਸੀਂ ਕਰਨਾ ਕੀ ਹੈਗਾ ਕਿ ਜਦੋਂ ਹੁਣ ਸਾਡੀ ਫਸਲ ਹੈ, ਅਸੀਂ ਕਹਿੰਦੇ ਕਿ ਅਗਸਤ ਸਤੰਬਰ ਤੋਂ ਸ਼ੁਰੂ ਕੀਤੀ, ਅਸੀਂ 10 ਮਹੀਨੇ ਫਸਲ ਲੈਣੀ ਹੈ, ਮਈ ਐਂਡ ਅਸੀਂ ਫਸਲ ਪੁੱਟ ਦੇਣੀ ਹੈ, ਤੇ ਜੂਨ ਦਾ ਮਹੀਨਾ ਜਾਂ ਅੱਧ ਮਈ ਤੋਂ ਬਾਅਦ ਜੇ ਸਾਡੀ ਫਸਲ ਠੀਕ ਠਾਕ ਨਹੀਂ ਚੱਲ ਰਹੀ ਤੇ ਅਸੀਂ ਉਹਨੂੰ ਹੁਣ ਵੀ ਪੁੱਟ ਸਕਦੇ ਹਾਂ। ਜਿਹੜੀ ਸਾਡੀ ਫਸਲ ਪੋਲੀਹਾਊਸ ਨੈਟਹਾਊਸਾਂ ਵਿੱਚ ਲੱਗੀ ਆ, ਮੈਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦਾ ਕਿ ਉਹਨੂੰ ਤੁਸੀਂ ਮਈ ਜੂਨ ਦੇ ਮਹੀਨੇ ਵਿੱਚ ਆਪਣੇ ਖੇਤਾਂ 'ਚੋਂ ਬਾਹਰ ਕੱਢੋ, ਜੜ੍ਹਾਂ ਸਮੇਤ ਫਸਲ ਪੁੱਟ ਦਿਓ। ਉਸ ਤੋਂ ਬਾਅਦ ਤੁਸੀਂ ਆਪਣੇ ਖੇਤਾਂ ਨੂੰ ਚੰਗੀ ਤਰ੍ਹਾਂ ਵਹਾਈ ਕਰੋ, ਟਿੱਲਰ ਵਾਓ, ਰੋਟਾਵੇਟਰ ਚਲਾ ਕੇ ਵਾਹ ਕੇ, ਤੇ ਅਸੀਂ ਉਹਨਾਂ ਦੇ ਵਿੱਚ ਜਿਹੜੀ ਡ੍ਰਿਪ ਇਰੀਗੇਸ਼ਨ ਲੱਗੀ ਆ ਉਹਨੂੰ ਫਿਰ ਵਿਛਾ ਦੇਣਾ। ਹੋ ਸਕੇ ਤੇ ਇੱਕ ਪਾਣੀ ਜਿਹੜਾ ਖੁੱਲਾ ਵੀ ਆਪਾਂ ਲਾ ਸਕਦੇ ਹਾਂ। ਤੇ ਮੇਰਾ ਕਹਿਣ ਤੋਂ ਭਾਵ ਕਿ ਜ਼ਮੀਨ ਨੂੰ ਅਸੀਂ ਗਿੱਲਾ ਕਰ ਦੇਣਾ ਇੱਕ ਵਾਰੀ ਜੀ, ਉਸ ਤੋਂ ਬਾਅਦ ਫਿਰ ਅਸੀਂ ਇੱਕ 50 ਮਾਈਕਰੋਨ ਦੀ ਪੋਲੀਥੀਨ ਸ਼ੀਟ ਜਿਹੜੀ ਟਰਾਂਸਪੇਰੈਂਟ ਹੈ, ਜਿਹਦੇ ਵਿੱਚ ਧੁੱਪ ਨਿਕਲ ਜਾਂਦੀ ਹੈ, ਸਿੰਪਲ ਮੋਮਜਾਮਾ ਜਿਹੜਾ ਆ ਉਹ 50 ਮਾਈਕਰੋਨ ਦਾ ਟਰਾਂਸਪੇਰੈਂਟ ਲੈ ਕੇ ਉਹ ਅਸੀਂ ਆਪਣੀ ਜ਼ਮੀਨ ਦੇ ਉੱਪਰ ਪਾ ਦੇਣਾ। ਪਹਿਲਾਂ ਜ਼ਮੀਨ ਵਾਹ ਲਈ, ਫਿਰ ਗਿੱਲੀ ਕਰ ਲਈ, ਫਿਰ ਡ੍ਰਿਪ ਇਰੀਗੇਸ਼ਨ ਦੀਆਂ ਪਾਈਪਾਂ ਵਿਛਾ ਦਿੱਤੀਆਂ, ਫਿਰ ਉੱਪਰ ਆਪਾਂ ਇੱਕ ਪੋਲੀਥੀਨ ਸ਼ੀਟ ਪਾਤੀ 50 ਮਾਈਕਰੋਨ ਦੀ। ਫਿਰ ਅਸੀਂ ਸਾਡਾ ਪੋਲੀਹਾਊਸ ਨੈਟਹਾਊਸ ਜਿਹੜਾ ਆ, ਪੋਲੀਹਾਊਸ ਦੀਆਂ ਸਾਈਡਾਂ ਬੰਦ ਕਰ ਦੇਣੀਆਂ। ਟੌਪ ਤੇ ਤਾਂ ਸ਼ੀਟ ਹੁੰਦੀ ਆ, ਸਾਈਡਾਂ ਅਸੀਂ ਖੁੱਲੀਆਂ ਰੱਖੀਆਂ ਹੁੰਦੀਆਂ, ਉਹਨੂੰ ਵੀ ਬੰਦ ਕਰ ਦੇਣਾ। ਤੇ ਇਹਨੂੰ ਅਸੀਂ 4 ਤੋਂ 6 ਹਫ਼ਤੇ ਤੇਜਪਾਲ ਜੀ ਬੰਦ ਰੱਖਣਾ। ਅੱਛਾ ਜੀ। ਉਹ ਕੀ ਹੋਣਾ ਕਿ ਬਾਹਰ ਧੁੱਪ ਹੋਣੀ ਬਹੁਤ ਜ਼ਿਆਦਾ, ਅੰਦਰ ਫਿਰ ਹੋਰ ਟੈਂਪਰੇਚਰ ਵੱਧ ਜਾਂਦਾ। ਬਾਹਰ ਜੇ 45-46, ਅੰਦਰ ਜਿਹੜਾ ਸਾਡਾ 60 ਦੇ ਨੇੜੇ ਪਹੁੰਚ ਜਾਂਦਾ ਜੀ। ਤੇ ਜ਼ਮੀਨ ਅਸੀਂ ਗਿੱਲੀ ਕੀਤੀ ਹੁੰਦੀ ਹੈ, ਤੇ ਜ਼ਮੀਨ ਜਦੋਂ ਭਾਫ ਬਣਾਉਂਦੀ ਹੈ ਤੇ ਸਾਡੀ ਜਿਹੜੀ ਉਹ ਭਾਫ ਹੈ ਉਹਨੂੰ ਅਸੀਂ ਬਾਹਰ ਨਹੀਂ ਆਉਣ ਦਿੰਦੇ। ਇੱਕ ਸ਼ੀਟ ਆਪਾਂ ਥੱਲੇ ਹੋਰ ਪਾਈ ਹੁੰਦੀ ਹੈ ਜੀ, ਤੇ ਉਹ ਜਿਹੜੀ ਭਾਫ ਹੈ ਉਹ 1.5 ਫੁੱਟ ਜ਼ਮੀਨ ਦੇ ਵਿੱਚ ਫਿਰ ਜਾਂਦੀ ਹੈ। ਉਹਦੇ ਨਾਲ ਸਾਡੀ ਜਿਹੜੀ ਜ਼ਮੀਨ ਹੈ ਉਹਨੂੰ ਅਸੀਂ ਤਪਾ ਲੈਂਦੇ ਹਾਂ। ਤੇ 4-6 ਹਫ਼ਤੇ ਜਦੋਂ ਅਸੀਂ ਇਹ ਆਪਰੇਸ਼ਨ ਕਰਦੇ ਹਾਂ ਤੇ ਸਾਡੀ ਮਿੱਟੀ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ, ਫੁਜ਼ੇਰੀਆਂ, ਪਿੱਥੀਆਂ, ਫਾਈਟੋਫਥੋਰਾ, ਨੇਮਾਟੋਡ, ਉਹ ਜਿਹੜੇ ਉਹ ਅਸੀਂ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਉਹ ਖਤਮ ਕਰ ਲੈਂਦੇ ਹਾਂ। ਤੇ ਉਸ ਤੋਂ ਬਾਅਦ 6 ਹਫ਼ਤਿਆਂ ਬਾਅਦ ਜਦੋਂ ਅਸੀਂ ਇਹ ਪੋਲੀਥੀਨ ਸ਼ੀਟ ਲਾ ਕੇ ਦੁਬਾਰਾ ਆਪਣੀ ਪੈਲੀ ਨੂੰ ਤਿਆਰ ਕਰਕੇ ਬੈੱਡ ਬਣਾ ਕੇ ਫਿਰ ਆਪਾਂ ਅੱਧ ਅਗਸਤ ਅਗਲੀ ਫਸਲ ਦੀ ਜਿਹੜੀ ਉਹ ਤਿਆਰੀ ਕਰ ਸਕਦੇ। ਠੀਕ ਆ। ਅੱਛਾ ਡਾਕਟਰ ਸਾਹਿਬ, ਚਲੋ ਇਹ ਤਾਂ ਹੋ ਗਿਆ ਜਿੱਦਾਂ ਚੌਹਾਨ ਸਾਹਿਬ ਨੇ ਗੱਲ ਕੀਤੀ ਵੀ ਭਾਈ ਇਹਦਾ ਕਿੱਦਾਂ ਅਸੀਂ ਬਚਾਅ ਕਰਨਾ। ਹੁਣ ਕਈ ਮੇਰੇ ਵਰਗੇ ਵੀ ਹੁੰਦੇ ਆ, ਠੰਡ ਲਵਾ ਲੈਂਦੇ ਆ ਜੀ ਜੀ, ਹੈ ਮੌਸਮ ਦੇ ਹਿਸਾਬ ਨਾਲ ਕੱਪੜੇ ਨਹੀਂ ਪਾਉਂਦੇ, ਜਿੱਦਾਂ ਅੱਜ ਕੱਲ੍ਹ ਮੌਸਮ ਬਦਲਿਆ ਉੱਦਾਂ ਹੀ ਤੁਰੇ ਫਿਰੇ, ਹੈਨਾ। ਫੇ ਸਾਡਾ ਤੇ ਗੀਜਾ ਜਿਹੜਾ ਉਹ ਭਰ ਦਿੱਤਾ ਗੋਲੀਆਂ ਨਾਲ ਤੇ ਇਹਦੇ ਲਈ ਦੱਸੋ ਵੀ ਇਹ ਜੇ ਹੁਣ ਆ ਹੀ ਜਾਵੇ ਨੇਮਾਟੋਡ, ਸਾਨੂੰ ਪਤਾ ਲੱਗ ਗਿਆ ਵੀ ਆ ਹੀ ਗਈ ਆ, ਸਾਡੇ ਤੋਂ ਨਹੀਂ ਬਚਾਅ ਹੋਇਆ, ਉਸ ਤੋਂ ਬਾਅਦ ਕੋਈ ਕੈਮੀਕਲ ਜਾਂ ਜੇ ਦਵਾਈਆਂ ਵੀ ਕੈਮੀਕਲ ਹੀ ਆ ਸਾਰਾ, ਬਿਲਕੁਲ, ਤੇ ਉਹ ਕਿੱਦਾਂ ਅਸੀਂ ਉਹਦਾ ਕਿਹੜਾ ਵਰਤ ਸਕਦੇ ਆ ਵੀ ਇਹਨੂੰ ਅਸੀਂ ਮਾਰ ਸਕੀਏ? ਬਿਲਕੁਲ ਜੀ, ਜੇ ਸਾਡੇ ਕਿਸਾਨ ਸੋਲਰਾਈਜੇਸ਼ਨ ਨਹੀਂ ਕਰਨਗੇ ਤੇ ਫਿਰ ਇੱਥੇ ਨੇਮਾਟੋਡ ਦੀ ਸਮੱਸਿਆ ਆਉਂਦੀ। ਵੈਸੇ ਸਾਡੇ ਕਰਤਾਰਪੁਰ 10 ਸਾਲ ਹੋ ਗਏ, ਸਾਡੇ ਪੋਲੀਹਾਊਸ ਨੈਟਹਾਊਸ ਬਿਲਕੁਲ ਫ੍ਰੀ ਹੈ, ਕਿਉਂਕਿ ਅਸੀਂ ਹਰ ਸਾਲ ਇਹ ਟ੍ਰੀਟਮੈਂਟ ਦਿੰਦੇ ਜਿਹੜਾ ਮੈਂ ਦੱਸਿਆ। ਅੱਛਾ ਜੀ। ਮੈਂ ਤਾਂ ਪਹਿਲਾਂ ਬੇਨਤੀ ਕਰੂੰਗਾ ਕਿਸਾਨਾਂ ਨੂੰ ਕਿ ਫ੍ਰੀ ਆਫ ਕਾਸਟ ਜਿਹੜਾ ਇਹ ਨੈਚੁਰਲੀ ਕੁਦਰਤ ਦਾ ਐਡਵਾਂਟੇਜ ਹੈ, ਇਹ ਸਾਨੂੰ ਧੁੱਪ ਨਾਲ ਤਪਾਉਣਾ ਚਾਹੀਦਾ ਪੋਲੀਹਾਊਸ ਨੈਟਹਾਊਸਾਂ ਨੂੰ। ਜੇਕਰ ਸਾਡੇ ਪੋਲੀਹਾਊਸ ਨੈਟਹਾਊਸਾਂ 'ਚ ਨੇਮਾਟੋਡ ਆ ਗਿਆ ਜਿਵੇਂ ਤੁਸੀਂ ਦੱਸਿਆ, ਫਿਰ ਸਾਡੇ ਕੋਲ ਕੁਝ ਕੈਮੀਕਲ ਵੀ ਨੇ, ਰਸਾਇਣਕ ਪ੍ਰਬੰਧਨ ਵੀ ਹੈਗਾ ਸਾਡੇ ਕੋਲ। ਉਹ ਸਾਡੇ ਸਾਇੰਸਦਾਨਾਂ ਨੇ ਜੋ ਦੱਸਿਆ ਹੈ ਉਹਦੇ ਮੁਤਾਬਕ ਇਹ ਹੈ ਕਿ ਅਸੀਂ ਜਦੋਂ ਬੈੱਡ ਬਣਾਉਣੇ ਨੇ ਅਗਲੀ ਫਸਲ ਵਾਸਤੇ ਫਿਰ, ਤੇ ਉੱਥੇ ਅਸੀਂ ਇੱਕ ਬਾਸਾਮਿਟ ਦਵਾਈ ਆ, ਉਹ ਅਸੀਂ 40 ਗ੍ਰਾਮ ਪਰ ਸਕੁਅਰ ਮੀਟਰ ਬੈੱਡ ਬਣਾਉਣ ਵੇਲੇ ਮਿੱਟੀ ਦੇ ਵਿੱਚ ਰਲਾ ਸਕਦੇ ਹਾਂ। ਅੱਛਾ ਜੀ। ਦੂਜੀ ਗੱਲ ਕਿ ਅਸੀਂ ਕ੍ਰੌਪ ਰੋਟੇਸ਼ਨ ਦੇ ਵਿੱਚ ਵੀ ਆਪਾਂ ਪਹਿਲਾਂ ਮੈਂ ਦੱਸਣਾ ਭੁੱਲ ਗਿਆ ਸੀ, ਆਪਾਂ ਫਸਲਾਂ ਕੁਝ ਹੋਰ ਬੀਜ ਸਕਦੇ ਹਾਂ। ਜਿਵੇਂ ਸਾਨੂੰ ਇਜ਼ਰਾਈਲ ਵਾਲੇ ਐਕਸਪਰਟਾਂ ਨੇ ਦੱਸਿਆ ਕਿ ਅਸੀਂ ਗੋਭੀ ਜਾਤੀ ਦੀਆਂ ਫਸਲਾਂ ਵੀ ਵਿੱਚ ਬੀਜ ਸਕਦੇ ਹਾਂ। ਅੱਛਾ ਜੀ। ਉਹ ਸਾਡੇ ਨੇਮਾਟੋਡ ਨੂੰ ਘਟਾਉਂਦੇ ਨੇ। ਫਿਰ ਬੈੱਡ ਬਣਾਉਣ ਵੇਲੇ ਅਸੀਂ ਰੂੜੀ ਵੱਧ ਤੋਂ ਵੱਧ ਵਰਤੀਏ, ਜੇ ਦੇਸੀ ਰੂੜੀ ਨਹੀਂ ਤੇ ਵਰਮੀ ਕੰਪੋਸਟ ਵਰਤੀਏ ਅਸੀਂ। ਜੇ ਅਸੀਂ ਪੋਲਟਰੀ ਮਨਿਓਰ ਵਰਤੀਏ ਆਪਣੇ ਖੇਤਾਂ ਵਿੱਚ, ਉਹ ਵੀ ਸਾਡੀ ਨੇਮਾਟੋਡ ਨੂੰ ਕਾਫੀ ਹੱਦ ਤੱਕ ਕੰਟਰੋਲ ਕਰਦੀ। ਜਿਹੜਾ ਤੁਸੀਂ ਕੈਮੀਕਲ ਕੰਟਰੋਲ ਦੱਸਿਆ ਬਾਸਾਮਿਡ 40 ਗ੍ਰਾਮ ਪਰ ਸਕੁਅਰ ਮੀਟਰ ਅਸੀਂ ਵਰਤ ਸਕਦੇ ਹਾਂ। ਇਸ ਤੋਂ ਇਲਾਵਾ ਕਾਰਬੋਫਿਊਰਾਨ ਜਿਹੜੀ ਆ ਦਵਾਈ, ਉਹ ਵੀ ਅਸੀਂ 6 ਗ੍ਰਾਮ ਪਰ ਸਕੁਅਰ ਮੀਟਰ ਆਪਾਂ ਵਰਤ ਸਕਦੇ ਹਾਂ। ਤੇ ਇੱਕ ਹੁਣ ਨਵੀਂ ਦਵਾਈ ਜਿਹੜੀ ਹੈ, ਇੱਕ ਇਜ਼ਰਾਈਲ ਦੀ ਕੰਪਨੀ ਦੇ ਵੱਲੋਂ ਇੱਕ ਦਵਾਈ ਕੱਢੀ ਗਈ ਹੈ ਨਿਮਿਟਸ ਦੇ ਨਾਂ ਤੇ, ਉਹਦਾ ਨਾਂ ਹੀ ਨਿਮਿਟਸ ਰੱਖਿਆ ਕਿ ਸਾਨੂੰ ਸੌਖਾ ਪਤਾ ਲੱਗੇ ਵੀ ਨੇਮਾਟੋਡ ਦੇ ਕੰਟਰੋਲ ਵਾਸਤੇ ਹੈ। ਉਹ ਦਵਾਈ ਜਿਹੜੀ ਜਦੋਂ ਅਸੀਂ ਪੌਦੇ ਲਾਉਣੇ ਆ ਤੇ 1-2 ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਉਹ ਪਾਉਣੀ ਹੁੰਦੀ ਆ। ਰਿੰਗ ਬਣਾ ਕੇ ਪੌਦੇ ਦੇ ਆਲੇ ਦੁਆਲੇ 1.5 ਗ੍ਰਾਮ ਦਵਾਈ ਪ੍ਰਤੀ ਪੌਦਾ, ਚੌਹਾਨ ਸਾਹਿਬ, ਉਹ ਅਸੀਂ ਵਰਤਦੇ ਹਾਂ। ਰਿੰਗ ਬਣਾ ਕੇ ਪੌਦੇ ਦੇ ਆਲੇ ਦੁਆਲੇ 2 ਦਿਨਾਂ ਦੇ ਅੰਦਰ ਅੰਦਰ ਪਾ ਦੇਣੇ ਆ। ਤੇ ਸਾਡੇ ਉਹ ਜਿਹੜੀ ਨਿਮਿਟਸ ਹੈ, ਉਹ ਸਾਡੇ ਨੇਮਾਟੋਡ ਨੂੰ ਪੈਰਾਸਿਟਿਕ ਹੈ। ਉਹਦੀ ਬਾਡੀ ਨੂੰ ਜਦੋਂ ਹੀ ਉਹਦੇ ਲੱਗਦੀ ਆ ਤੇ ਉਹ ਪੈਰਾਸਾਈਟ ਉਹਨੂੰ ਹੋ ਜਾਂਦਾ
ਤੇ ਉਹ ਜਿਹੜਾ ਹੌਲੀ ਹੌਲੀ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਅਸੀਂ ਫਿਰ ਇੱਕ ਡੋਜ਼ ਜਿਹੜੀ ਆ ਇੱਕ ਆਪਾਂ ਫਿਰ ਮਹੀਨੇ ਕੁ ਬਾਅਦ ਫਿਰ ਇਹਦੀ 1.5 ਗ੍ਰਾਮ ਦੀ ਪ੍ਰਤੀ ਬੂਟਾ ਦੇਣੀ ਆ। ਇਹ ਅਸੀਂ ਕੰਟਰੋਲ ਇਹਦੇ ਨਾਲ ਕਰ ਸਕਦੇ ਹਾਂ। ਇਸੇ ਤਰ੍ਹਾਂ ਬਾਇਰ ਦੀ ਇੱਕ ਵੈਲਮ ਪ੍ਰਾਈਮ ਦਵਾਈ ਵੀ ਆ, ਉਹ ਵੀ ਆਪਾਂ ਵਰਤ ਸਕਦੇ ਹਾਂ। ਬਟ ਮੋਟੇ ਤੌਰ ਤੇ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਸੋਲਰਾਈਜੇਸ਼ਨ ਜੇ ਰੈਗੂਲਰ ਕਰੋ ਤੇ ਕ੍ਰੌਪ ਰੋਟੇਸ਼ਨ ਕਰ ਲਓ। ਜਿੱਥੇ ਤੁਸੀਂ ਸਾਡਾ ਖੀਰਾ ਬਹੁਤ ਸੈਂਸਿਟਿਵ ਹੈ, ਅਸੀਂ ਉਹਦੇ ਨਾਲ ਕੋਈ ਹੋਰ ਫਸਲਾਂ ਲਾ ਸਕਦੇ ਹਾਂ। ਜੇ ਤੁਹਾਡੇ ਆ ਹੀ ਗਈ ਹੈ ਸਮੱਸਿਆ ਤੇ ਆਪਾਂ ਕੋਈ ਗੋਭੀ ਚਾਤੀ ਦੀ ਵੀ ਇੱਕ ਸੀਜ਼ਨ ਫਸਲ ਲਾ ਸਕਦੇ ਹਾਂ। ਜੇ ਤੁਹਾਡੇ ਕੋਲ ਦੋਨਾਂ ਫਸਲਾਂ ਦੇ ਵਿੱਚ ਕੋਈ ਸੀਜ਼ਨ ਬਚਦਾ ਹੈ ਤੇ ਅਸੀਂ ਕੋਈ ਗੇਂਦਾ ਬੀਜ ਕੇ ਅੰਦਰ ਵਾਹ ਸਕਦੇ ਹਾਂ। ਕਿਸੇ ਹੋਰ ਖੇਤ 'ਚ ਗੇਂਦੇ ਦੇ ਪੌਦੇ ਚੁੱਕ ਕੇ ਜਾਂ ਪੱਤੇ ਚੁੱਕ ਕੇ ਆਪਾਂ ਆਪਣੇ ਖੇਤਾਂ 'ਚ ਵਾਹ ਸਕਦੇ ਹਾਂ, ਪੋਲੀਓਸਨੈਟੋਸ ਦੇ ਅੰਦਰ ਸੁੱਟ ਕੇ। ਗੋਭੀ ਦੇ ਖੇਤਾਂ ਵਿੱਚੋਂ ਪੱਤੇ ਚੁੱਕ ਕੇ ਵਾਧੂ ਘਾਟੂ ਆਪਾਂ ਅੰਦਰ ਸੁੱਟ ਕੇ ਵਾਹ ਸਕਦੇ ਹਾਂ। ਲੇਕਿਨ ਇੱਕ ਗੱਲ ਦਾ ਖਿਆਲ ਰੱਖਣਾ ਕਿ ਆਪਾਂ ਜੰਤਰ ਜਾਂ ਢਾਂਚਾ ਜਿਹੜਾ ਹੈ ਉਹ ਗ੍ਰੀਨ ਮੈਨੂਰਿੰਗ ਵਾਸਤੇ ਬਿਲਕੁਲ ਨਹੀਂ ਵਰਤਣਾ। ਸਣ ਨੂੰ ਅਸੀਂ ਬੀਜ ਕੇ ਉਹਦੀ ਗ੍ਰੀਨ ਮੈਨੂਰਿੰਗ ਵੀ ਅਸੀਂ ਕਰ ਸਕਦੇ ਹਾਂ। ਸੋ ਫਿਰ ਆਪਾਂ ਡਾਕਟਰ ਸਾਹਿਬ ਨੂੰ ਇਹ ਜ਼ਰੂਰ ਪੁੱਛੀਏ ਕਿ ਆਪਾਂ ਸਾਵਧਾਨੀਆਂ ਕਿਹੜੀਆਂ ਵਰਤੀਏ ਵੀ ਇਹ ਚੀਜ਼ਾਂ ਆਉਣ ਹੀ ਨਾ ਖੇਤ ਦੇ ਵਿੱਚ। ਡਾਕਟਰ ਸਾਹਿਬ ਜੀ ਚੌਹਾਨ ਸਾਹਿਬ, ਇਹ ਮੈਂ ਵੀ ਮੇਰੇ ਵੀ ਮਨ 'ਚ ਇਹ ਸੀ ਵੀ ਅਸੀਂ ਕਿਸਾਨਾਂ ਨੂੰ ਖਰਚੇ ਤੋਂ ਵੀ ਬਚਾਉਣਾ। ਖੇਤੀ ਵਿੱਚ ਆਪਣੇ ਪਹਿਲਾਂ ਹੀ ਲਾਗਤ ਖਰਚੇ ਬਹੁਤ ਨੇ ਤੇ ਇਹ ਜਿਹੜੀ ਪੋਲੀਓਸਨੈਟੋਸ ਦੇ ਵਿੱਚ ਤੇ ਪਹਿਲਾਂ ਹੀ ਸਾਡੇ ਕਿਸਾਨਾਂ ਦੇ ਖਰਚਾ ਜ਼ਿਆਦਾ ਹੋਏ ਹੁੰਦੇ। ਇਸ ਕਰਕੇ ਅਸੀਂ ਚਾਹੁੰਦੇ ਕਿ ਜੇ ਤੇ ਖਰਚਾ ਨਾ ਆਵੇ ਜਾਂ ਘੱਟ ਤੋਂ ਘੱਟ ਆਵੇ, ਆਪਾਂ ਉਹ ਤਰੀਕੇ ਵਰਤੀਏ। ਤਰੀਕੇ ਸਾਡੇ ਕੋਲ ਹੈਗੇ ਨੇ। ਉਹ ਤਰੀਕੇ ਕੀ ਨੇ? ਪਹਿਲਾਂ ਜਿਵੇਂ ਮੈਂ ਦੱਸਿਆ ਕਿ ਕਿਤੇ ਆਪਾਂ ਆਪਣੇ ਪੋਲੀਓਸਨੈਟੋਸਾਂ ਨੂੰ ਸੋਲਰਾਈਜੇਸ਼ਨ ਕਰ ਲਈਏ। ਜੇ ਕਿਸੇ ਕਾਰਨ ਸਾਡੀ ਫਸਲ ਚੱਲ ਰਹੀ ਆ ਜਾਂ ਅਸੀਂ ਨਹੀਂ ਕਰ ਸਕੇ, ਫਿਰ ਜਿਹੜੇ ਇਤਿਹਾਤ ਵਰਤਨੇ ਆ ਉਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਜਿਹੜੇ ਸਾਡੇ ਪੋਲੀਓਸਨੈਟੋਸਾਂ ਦੇ ਵਿੱਚ ਨੇਮਾਟੋਡ ਅੰਦਰ ਹੁੰਦਾ ਆ ਜਾਂਦਾ ਬਾਹਰੋਂ। ਕਈ ਵਾਰੀ ਅਸੀਂ ਪੋਲੀਓਸਨੈਟੋਸ ਸਾਡੇ ਕਲੀਨ ਹੁੰਦੇ ਆ ਤੇ ਨੇਮਾਟੋਡ ਅਸੀਂ ਬਾਹਰੋਂ ਅੰਦਰ ਲੈ ਜਾਂਦੇ ਆ। ਜਿਵੇਂ ਮੈਂ ਪਹਿਲਾਂ ਦੱਸਿਆ ਕਾਰਨ ਆ ਸਾਡੇ ਵਰਕਰਾਂ ਰਾਹੀਂ, ਉਹਨਾਂ ਦੇ ਪੈਰਾਂ ਦੀ ਜੁੱਤੀਆਂ ਰਾਹੀਂ, ਇੰਪਲੀਮੈਂਟ ਰਾਹੀਂ, ਮਸ਼ੀਨਾਂ ਰਾਹੀਂ, ਸਾਡੇ ਕਈ ਰੰਬੇ ਦਾਤਰੀ ਰਾਹੀਂ। ਲੇਕਿਨ ਕਈ ਵਾਰੀ ਜਿਵੇਂ ਹੁਣ ਮੀਂਹ ਪੈ ਰਿਹਾ, ਬਾਰਿਸ਼ ਦਾ ਪਾਣੀ ਕਿਸੇ ਹੋਰ ਖੇਤ ਚੋਂ ਭਾਰੀ ਬਾਰਿਸ਼ ਹੋਣ ਕਰਕੇ ਸਾਡੇ ਪੋਲੀਓਸਨੈਟੋਸ ਵਾਲੇ ਖੇਤ ਵਿੱਚ ਆ ਗਿਆ, ਉਹਦੇ ਰਾਹੀਂ ਵੀ ਜਿਹੜਾ ਨੇਮਾਟੋਡ ਆ ਉਹ ਅੰਦਰ ਕਈ ਵਾਰੀ ਆ ਜਾਂਦਾ। ਇਸ ਕਰਕੇ ਅਸੀਂ ਕਿਸਾਨਾਂ ਨੂੰ ਕਹਿੰਦੇ ਕਿ ਜਿੱਥੇ ਅਸੀਂ ਪੋਲੀਓਸਨੈਟੋਸ ਪਲਾਨ ਕਰਨਾ, ਉਹ ਜਿਹੜੀ, ਕਿਉਂਕਿ ਅਸੀਂ ਇਹ ਲੌਂਗ ਰਨ ਦੀ ਪਲੈਨਿੰਗ ਹੁੰਦੀ ਹੈ, ਜਿੱਥੇ ਇੱਕ ਵਾਰੀ ਬਣ ਗਿਆ ਉੱਥੇ ਸਾਡਾ ਸਟਰਕਚਰ ਸਦਾ ਬਣਿਆ ਰਹਿਣਾ। ਇਸ ਕਰਕੇ ਉੱਚੀ ਜਗ੍ਹਾ ਹੋਵੇ ਪਹਿਲਾਂ ਤੇ, ਉੱਥੇ ਬਾਹਰੋਂ ਆ ਕੇ ਮੀਂਹ ਦਾ ਪਾਣੀ ਅਟੈਕ ਨਾ ਕਰੇ, ਖੜਾ ਨਾ ਹੋਵੇ ਤੇ ਸਾਡੇ ਹੋਰ ਖੇਤ ਜਿਹੜਾ ਇਨਫੈਕਟਡ ਖੇਤ ਹੈ ਉਹਦੇ ਚੋਂ ਪਾਣੀ ਜਦੋਂ ਆਊਗਾ ਉਹ ਵੀ ਸਾਡਾ ਨੇਮਾਟੋਡ ਲੈ ਕੇ ਆ ਸਕਦਾ। ਕੁਛ ਸਾਡੇ ਜਿਹੜੇ ਆਪਣੇ ਹੋਰ ਕਾਰਨ ਹੈਗੇ, ਜਿਵੇਂ ਸਾਡਾ ਜਿਹੜੀ ਮਿੱਟੀ ਆ, ਕਈ ਵਾਰੀ ਸਾਡੇ ਕਿਸਾਨ ਜਿਹੜੀ ਆ ਰੂੜੀ ਜਾਂ ਵਰਮੀ ਕੰਪੋਸਟ ਕਿਸੇ ਗਲਤ ਤਰੀਕੇ ਨਾਲ ਬਣਾਈ ਹੋਵੇ, ਜਾਂ ਰੂੜੀ ਜਿਹੜੀ ਆ ਕਿਸੇ ਉਹਦੇ ਨਾਲ ਇੰਪਲੀਮੈਂਟ ਇਦਾਂ ਦੇ ਲੱਗ ਗਏ ਹੋਣ, ਉਹ ਅਸੀਂ ਪਾਇਆ ਤਾਂ ਅਸੀਂ ਢੇਰ ਆ ਲੇਕਿਨ ਉਹਦੇ 'ਚ ਵੀ ਨੇਮਾਟੋਡ ਆ ਸਕਦਾ। ਸੋ ਇਹਦੇ ਬਹੁਤ ਸਾਰੇ ਹੱਲ ਨੇ, ਸਾਵਧਾਨੀਆਂ ਨੇ ਕਿ ਜਦੋਂ ਅਸੀਂ ਬੈੱਡ ਬਣਾਉਣੇ ਆ, ਬੈੱਡ ਬਣਾਉਣ ਵੇਲੇ ਹੀ ਸ਼ੁਰੂ ਹੋ ਜਾਂਦਾ। ਬੈੱਡ ਬਣਾਉਣੇ ਜਦੋਂ ਅਸੀਂ ਆ ਉਦੋਂ ਪਹਿਲੀ ਤੇ ਗੱਲ ਅਸੀਂ ਉੱਚੇ ਬੈੱਡ ਬਣਾਈਏ। ਉਹ ਬੈੱਡ ਬਣਾਉਣ ਵੇਲੇ ਅਸੀਂ ਜਿਵੇਂ ਮੈਂ ਦੱਸਿਆ ਦੇਸੀ ਰੂੜੀ ਅਸੀਂ 10-15 ਟਰਾਲੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਕਸ ਕਰੀਏ। ਪੋਲੀ ਹਾਊਸ ਬਣਾਉਣ ਵੇਲੇ ਜੇ ਅਸੀਂ ਨਹੀਂ ਕੀਤੀਆਂ ਤੇ ਹਰ ਸਾਲ ਅਗਲੇ ਸਾਲ ਜਿਹੜਾ ਉਹਨੂੰ ਐਡ ਕਰਦੇ ਰਹੀਏ। ਪੋਲਟਰੀ ਮਨਿਓਰ ਜਿਹੜੀ ਆ ਉਹਦੇ 'ਚ ਅਸੀਂ 4-5 ਕੁਇੰਟਲ ਜਿਹੜੀ ਉਹ ਐਡ ਕਰੀਏ ਬੈੱਡ ਬਣਾਉਣ ਵੇਲੇ। ਇਸੇ ਤਰ੍ਹਾਂ ਹੀ ਚੌਹਾਨ ਸਾਹਿਬ ਜਦੋਂ ਅਸੀਂ ਦੇਸੀ ਰੂੜੀ ਪਾਉਣੀ ਆ ਤੇ ਉਹਦਾ ਇੱਕ ਅਸੀਂ ਕਹਿੰਦੇ ਆ ਕਿ ਜਿਵੇਂ PGU ਲੁਧਿਆਣਾ ਵੱਲੋਂ ਇੱਕ ਸਿਊਡੋਮੋਨਾਸ ਟ੍ਰਾਈਕੋਡਰਮਾ ਦੇ ਪੈਕਟ ਹੁਣ ਮਿਲਣ ਲੱਗ ਪਏ ਨੇ ਤੇ ਇਹ ਦੇਖਿਆ ਗਿਆ ਕਿ ਜਿਹੜਾ ਸਿਊਡੋਮੋਨਾਸ ਤੇ ਟ੍ਰਾਈਕੋਡਰਮਾ ਹੈ, ਇਹ ਜੇ ਅਸੀਂ ਆਪਣੀ ਦੇਸੀ ਢੇਰ ਦੇ ਵਿੱਚ ਮਿਕਸ ਕਰਕੇ ਜਾਂ ਵਰਮੀ ਕੰਪੋਸਟ ਦੇ ਵਿੱਚ ਇਹਦਾ ਮਿਕਸਚਰ ਬਣਾ ਕੇ ਬੈੱਡਾਂ ਦੇ ਵਿੱਚ ਪਾ ਦਈਏ ਤੇ ਕਾਫੀ ਹੱਦ ਤੱਕ ਜਿਹੜਾ ਸਾਡਾ ਨੇਮਾਟੋਡ ਹੈ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਉਹਦਾ ਤਰੀਕਾ ਮੈਂ ਦੱਸ ਦਿੰਦਾ ਕਿ ਇਹ ਜਿਹੜੀਆਂ ਬਾਇਓ ਪੈਸਟੀਸਾਈਡ ਨੇ ਜਾਂ ਇਹ ਬਾਇਓ ਮਿਕਸਚਰ ਬਣਾਉਣਾ ਹੈ ਉਹ ਕਿਵੇਂ ਬਣਾਉਣਾ ਕਿ 1 ਟਨ ਜਿਹੜਾ ਦੇਸੀ ਢੇਰ ਹੈ ਉਹਦੇ ਵਿੱਚ ਅਸੀਂ 2 ਕਿਲੋ ਸਿਊਡੋਮੋਨਾਸ ਟ੍ਰਾਈਕੋਡਰਮਾ ਪਾ ਲੈਣਾ। ਉਹਨੂੰ ਅਸੀਂ ਮਿਕਸ ਕਰਕੇ ਤੇ 15 ਦਿਨ ਇੱਕ 25-30% ਨਮੀ ਬਣਾ ਕੇ ਉਹ 'ਚ ਰੱਖਣੀ ਆ ਤੇ 15 ਦਿਨ ਜਦੋਂ ਅਸੀਂ ਛਾਵੇਂ ਰੱਖਦੇ ਹਾਂ ਤੇ ਉਹਦਾ ਕਲਚਰ ਤਿਆਰ ਹੋ ਜਾਂਦਾ। ਉਹਦੇ ਵਿੱਚ ਫਿਰ ਅਸੀਂ ਹੋਰ ਦੇਸੀ ਢੇਰ ਮਿਕਸ ਕਰਕੇ ਤੇ ਆਪਾਂ ਬੈੱਡਾਂ ਦੇ ਵਿੱਚ ਉਹਨੂੰ ਪਾ ਸਕਦੇ ਹਾਂ। ਜੇ ਅਸੀਂ ਫਾਰਮ ਯਾਰਡ ਮਨਿਓਰ ਨਹੀਂ ਵਰਤ ਸਕਦੇ ਤੇ ਜਿਹੜੀ ਆ ਵਰਮੀ ਕੰਪੋਸਟ ਆਪਾਂ ਉਹ ਵਰਤ ਸਕਦੇ ਹਾਂ। ਵਰਮੀ ਕੰਪੋਸਟ ਵੀ ਆਪਾਂ ਜਿਹੜੀ ਉਹ 4 ਤੋਂ 5 ਕਿਲੋ ਪ੍ਰਤੀ ਸਕੁਅਰ ਮੀਟਰ ਆਪਾਂ ਪੋਲੀਓਸਨੈਟੋਸਾਂ ਦੇ ਵਿੱਚ ਵਰਤ ਸਕਦੇ ਹਾਂ ਤੇ ਉਹਦੇ ਵਿੱਚ ਵੀ ਆਪਾਂ ਟ੍ਰਾਈਕੋਡਰਮਾ ਤੇ ਸਿਊਡੋਮੋਨਾਸ ਜਿਹੜਾ ਉਹ ਮਿਕਸ ਕਰ ਸਕਦੇ ਹਾਂ। ਸੋ ਕਿਤੇ ਇਹ ਤਰੀਕਾ। ਫਿਰ ਅਸੀਂ ਜਦੋਂ ਬੈੱਡ ਬਣਾਉਣੇ ਉੱਥੇ ਅਸੀਂ ਨੀਮ ਕੇਕ ਜਿਹੜਾ ਆ, ਨਿੰਮ ਦੀ ਖਲ ਜਿਹੜੀ ਆ ਉਹ ਅਸੀਂ ਪਾਈਏ। ਇਹ ਜਦੋਂ ਅਸੀਂ ਬਾਇਓ ਏਜੰਟ, ਕਿਉਂਕਿ ਸਾਡੀ ਮਿੱਟੀ ਦੇ ਵਿੱਚ ਜਿਹੜਾ ਸੋਇਲ ਮਾਈਕਰੋ ਫਲੋਰਾ ਹੈ ਉਹਨੂੰ ਅਸੀਂ ਕਾਫੀ ਹੱਦ ਤੱਕ ਘਟਾ ਲਿਆ। ਉਹ ਘਟਣ ਦੇ ਨਾਲ ਸਾਡੀਆਂ ਇਹ ਸਮੱਸਿਆਵਾਂ ਆ ਰਹੀਆਂ ਨੇ ਤੇ ਕੁਦਰਤੀ ਜਿਹੜਾ ਕੰਟਰੋਲ ਹੈ ਉਹ ਤੇ ਆਟੋਮੈਟਿਕਲੀ ਇੱਕ ਕੀੜਾ ਤੁਹਾਨੂੰ ਪਤਾ ਦੂਜੇ ਨੂੰ ਕਈ ਵਾਰੀ ਖਾਂਦਾ ਹੈ ਤੇ ਉਹ ਜਿਹੜਾ ਇੱਕ ਬਾਇਓ ਕੰਟਰੋਲ ਆ ਉਹਨੂੰ ਅਸੀਂ ਡਿਸਟਰਬ ਹੁਣ ਕਰ ਚੁੱਕੇ ਹਾਂ। ਉਹਨੂੰ ਅਸੀਂ ਦੁਬਾਰਾ ਬਣਾਉਣ ਲਈ ਅਸੀਂ ਕਹਿੰਦੇ ਕਿ ਆਪਣੀ ਮਿੱਟੀ ਦੇ ਵਿੱਚ ਦੇਸੀ ਢੇਰ, ਵਰਮੀ ਕੰਪੋਸਟ,
ਸਿਊਡੋਮੋਨਾਸ ਟ੍ਰਾਈਕੋਡਰਮਾ ਨੀਮ ਕੇਕ ਜਿਹੜਾ ਉਹ ਅਸੀਂ ਮਿਕਸ ਕਰੀਏ ਜੀ ਤੇ ਫਿਰ ਅਸੀਂ ਬੈੱਡ ਬਣਾਈਏ। ਬੈੱਡ ਬਣਾਉਣ ਦੇ ਵੇਲੇ ਫਿਰ ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਬੂਟੇ ਲਾਉਣੇ ਆ, ਕਈ ਵਾਰੀ ਸਾਡੇ ਕਿਸਾਨ ਸਾਰੀਆਂ ਬਾਇਓਪੈਸਟੀਸਾਈਡ ਪਾ ਕੇ ਤੇ ਜਦੋਂ ਅਸੀਂ ਬੂਟੇ ਲਾਏ ਤੇ ਕਈ ਵਾਰੀ ਬੂਟਾ ਜਿਹੜਾ ਇੱਕ ਅੱਧਾ ਬੂਟਾ ਡੈਂਪਿੰਗ ਆਫ ਹੁੰਦਾ ਜਾਂ ਗਲ ਕੇ ਮਰਦਾ ਹੈ, ਉਹਦੇ ਕਾਰਨ ਬਹੁਤ ਸਾਰੇ ਹੁੰਦੇ। ਡੈਂਪਿੰਗ ਆਫ ਤੁਸੀਂ ਦੇਖਿਆ ਹੋਣਾ ਮਿੱਟੀ ਦੀ ਬਿਮਾਰੀ ਹੈ ਜੀ, ਤੇ ਉਹਦੇ ਵਾਸਤੇ ਸਾਡੇ ਕਿਸਾਨ ਫੰਗੀਸਾਈਡ ਦੀ ਡਰੈਂਚਿੰਗ ਕਰ ਦਿੰਦੇ ਆ, ਬਵਿਸਟਨ ਦੀ ਜਾਂ ਕਪਤਾਨ ਦੀ ਫਟਾਫਟ ਡਰੈਂਚਿੰਗ ਕਰਦੇ ਆ। ਉਹਦੇ ਨਾਲ ਜਿਹੜਾ ਅਸੀਂ ਸਾਰਾ ਹੀ ਬਾਇਓਪੈਸਟੀਸਾਈਡ ਵਾਲਾ ਕੰਮ ਕੀਤਾ ਹੁੰਦਾ, ਉਹ ਸਾਡੀ ਜਿਹੜੀ ਇੱਕ ਬੈਨੀਫੀਸ਼ੀਅਲ ਫੰਗਸ ਹੈ ਤਿਆਰ ਹੋਈ ਹੁੰਦੀ ਆ, ਜਿਹਨੇ ਨਿਮਾਟੋਡ ਵਰਗੀਆਂ ਚੀਜ਼ਾਂ ਨੂੰ ਖਤਮ ਕਰਨਾ ਹੁੰਦਾ, ਉਹ ਵੀ ਸਾਡੀ ਬਵਿਸਟਨ ਜਾਂ ਕਪਤਾਨ ਨਾਲ ਖਤਮ ਹੋ ਜਾਂਦੀ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿੱਥੇ ਆਪਾਂ ਬੈੱਡ ਬਣਾਏ ਉੱਥੇ ਜੇ ਡੈਂਪਿੰਗ ਆਫ ਆਵੇ ਵੀ ਤੁਸੀਂ 30-40 ਦਿਨ ਕੋਈ ਫੰਗੀਸਾਈਡ ਸਪਰੇ ਜਾਂ ਡਰੈਂਚ ਨਹੀਂ ਕਰਨੀ, ਉੱਥੇ ਤੁਸੀਂ ਵੇਟ ਕਰ ਲੈਣਾ 2-4-5% ਜੇ ਬੂਟੇ ਡੈੱਡ ਵੀ ਹੋ ਜਾਣ ਕੋਈ ਗੱਲ ਨਹੀਂ, ਲੇਕਿਨ ਫੰਗੀਸਾਈਡ ਦੀ ਸਪਰੇ ਉਦੋਂ ਨਹੀਂ ਕਰਨੀ। ਠੀਕ ਹੈ ਜੀ। ਕਿਸਾਨ ਵੀਰੋ ਤੇ ਭੈਣੋ, ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ। ਦੇਖੋ, ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ, ਉਹਦੇ ਨਾਲ ਇਹਤਿਆਤ ਤੇ ਸਾਵਧਾਨੀ ਵੀ ਵਰਤਣੀ ਹੈ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਇਹ ਇਹਤਿਆਤ ਤੇ ਸਾਵਧਾਨੀ ਵਰਤ ਕੇ ਅਸੀਂ ਵਧੀਆ ਫਸਲ ਲੈ ਸਕਾਂਗੇ। ਤਕਨੀਕ ਦਾ ਯੁੱਗ ਹੈ ਤੇ ਤਕਨੀਕ ਨੂੰ ਹੋਰ ਵਧੀਆ ਤਰੀਕੇ ਨਾਲ ਵਰਤ ਕੇ ਵੱਧ ਤੋਂ ਵੱਧ ਝਾੜ ਤੇ ਵੱਧ ਤੋਂ ਵੱਧ ਮੁਨਾਫਾ ਲਵਾਂਗੇ। ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਜੈ ਜੈ ਹਿੰਦ। ਜੈ ਹਿੰਦ ਜੀ।